ਧੰਨ ਵਾਹਿਗੁਰੂ ਸਾਹਿਬ ਜੀਓ। ਤੇਰੇ ਕਵਨ ਕਵਨ ਗੁਣ ਕਹਿ ਕੈ ਗਾਵਾ, ਤੋ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਕੋ, ਤੂ ਠਾਕੁਰ ਊਚ ਭਗਵਾਨਾ। ਵਾਹਿਗੁਰੂ ਸਾਹਿਬ ਜੀਓ ਕਬਿਤ, ਦਰਸ਼ਨ ਜੋਤ ਕੋ ਅਦੁੱਤ ਅਸਚਰਜਮੈ। ਤਾਮੈ ਤਿਲ ਸ਼ਬ ਪਰ ਮਦ ਭੁਤ ਸ਼ਕ ਹੈ, ਦੇਖਬੇ ਕੋ ਦ੍ਰਿਸ਼ਟ ਨਾ ਸੁਣਬੇ ਕੋ ਸੁਰਤ ਹੈ। ਕਹਿਬੇ ਕੋ ਜੀਬਾ ਨਾ ਗਿਆਨ ਮੈਂ ਉਕਤ ਹੈ। ਸੋਭਾ ਕੋਟ ਸੋਭ ਲੋਭ ਲੋਭਤ ਹੋਏ ਲੋਟ ਪੋਟ, ਜਗ ਮਗ ਜੋਤ ਕੋਟ ਓਟ ਲੈ ਸਿਪਤ ਹੈ। ਆਂਗ ਆਂਗ ਭੇਖ ਮਨ ਮਨਸਾ ਥਕਤ ਭਾਈ, ਨੇਤ ਨੇਤ ਨਾਮੋ ਨਾਮੋ ਆਤ ਹੂ ਤੇ ਆਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਕਾਰਯੋਗ ਗੁਰੂ ਸਵਾਰੀ ਗੁਰੂ ਪਿਆਰੀ ਗੁਰੂ ਕਾ ਖਾਸ ਰੂਪ ਖਾਲਸਾ ਸਾਧ ਸੰਗਤ ਜੀਓ। ਸਤਿਗੁਰਾਂ ਦੀ ਅਤਿਅੰਤ ਬਖਸ਼ਿਸ਼ ਦੇ ਸਦਕਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਿਆਲੂ ਕਿਰਪਾਲੂ ਸਤਿਗੁਰੂ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਸਥਾਨ ਤੇ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਸ਼ਬਦ ਅਵਤਾਰ ਦੀਨ ਦੁਨੀਆ ਦੇ ਮਾਲਕ ਲੋਕ ਪਰਲੋਕ ਦੇ ਰਹਿਬਰ ਤਿੰਨਾਂ ਦੀ ਗੋਦ ਅੰਦਰ ਜੁੜ ਮਿਲ ਬੈਠ ਕੇ ਇਲਾਹੀ ਦਰਗਾਹੀ ਬਚਨਾਂ ਨੂੰ ਸ਼ਰਵਨ ਕਰਦੇ ਆ ਰਹੇ ਹਾਂ। ਕਿਰਪਾਲੂ ਸਤਿਗੁਰੂ ਜੀ ਨੇ ਜੋ ਸੰਸਾਰ ਨੂੰ ਬਚਨ ਪ੍ਰਦਾਨ ਕੀਤੇ ਨੇ, ਬਖਸ਼ਿਸ਼ ਕੀਤੇ ਨੇ, ਸੰਸਾਰ ਦੇ ਜੀਵਾਂ ਦੇ ਜਦੋਂ ਸਭੋ ਆਸਰੇ ਟੁੱਟ ਜਾਂਦੇ ਨੇ, ਉਸ ਵਕਤ ਮਨ ਦਾ ਖਿਆਲਾਤ ਉਪਜਦਾ ਹੈ। ਸਤਿਗੁਰੂ ਮਹਾਰਾਜ ਦੇ ਕੋਲ ਚੱਲੀਏ ਤੇ ਸਤਿਗੁਰੂ ਜੀ ਨੂੰ ਨਮਸਕਾਰ ਕਰਕੇ ਸਮਰੱਥ ਗੁਰੂ ਕਿਤੇ ਪ੍ਰਸੰਨ ਹੋ ਜਾਵੇ, ਸਾਡੇ ਸਿਰ ਤੇ ਆਪਣਾ ਹੱਥ ਰੱਖੇ ਤੇ ਜੋ ਸਤਿਗੁਰੂ ਸਾਨੂੰ ਬਚਨ ਕਹਿਣਗੇ ਅਸੀਂ ਕਮਾਉਣ ਦਾ ਯਤਨ ਕਰਾਂਗੇ, ਪਰ ਆ ਦਲਦਲ ਵਿੱਚੋਂ, ਇਹਨਾਂ ਦੁੱਖਾਂ ਵਿੱਚੋਂ, ਦਰਦਾਂ ਵਿੱਚੋਂ ਨਿਕਲ ਜਾਈਏ। ਉਹਨਾਂ ਬਚਨਾਂ ਨੂੰ ਸਤਿਗੁਰੂ ਦਿਆਂ ਨੂੰ, ਗੁਰਮਤਿ ਦੇ ਬਚਨਾਂ ਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕਮਾ ਕੇ ਆਪਣੀ ਕਲਮ ਦੇ ਦੁਆਰਾ ਅੰਕਿਤ ਕਰ ਦਿੱਤਾ। ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਾਡੇ ਉੱਪਰ ਪ੍ਰਸੰਨ ਕਿਵੇਂ ਹੋਣਾ ਹੈ, ਸਾਡੀ ਝੋਲੀ ਕਿਸ ਤਰ੍ਹਾਂ ਭਰਨੀ ਹੈ, ਸਾਡੇ ਜੀਵਨ ਦੀ ਬੇੜੀ ਸੰਸਾਰ ਤੋਂ ਨਿਰੰਕਾਰ ਦੇ ਕਿਨਾਰੇ ਤੇ ਕਿਵੇਂ ਪਹੁੰਚਣੀ ਆ, ਉਹ ਗੁਣ, ਉਹ ਖੂਬੀਆਂ, ਉਹ ਢੰਗ, ਉਹ ਤਰੀਕਾ ਸਾਨੂੰ ਦੱਸਿਆ। ਅਕਾਲ ਪੁਰਖ ਵਾਹਿਗੁਰੂ ਕਿੱਡੀ ਵੱਡੀ ਸਮਰੱਥਾ ਦਾ ਮਾਲਕ ਹੈ, ਉਹ ਭਾਈ ਸਾਹਿਬ ਨੇ ਸਾਨੂੰ ਸਮਝਾਉਣ ਦਾ ਯਤਨ ਕੀਤਾ। ਭਾਈ ਗੁਰਦਾਸ ਸਾਹਿਬ ਆਪਣੀ ਰਚਨਾ ਦੇ ਦੁਆਰਾ ਕਵਿਤ ਸਵਾਈਆਂ ਦੀ ਚੱਲ ਰਹੀ ਲੜੀਵਾਰ ਵਿਚਾਰ ਦੇ ਦੁਆਰਾ ਬਖਸ਼ਿਸ਼ ਕਰਦੇ ਨੇ। ਦਰਸ਼ਨ ਜੋਤ ਕੋ ਅਦੁੱਤ ਅਸਚਰਜ ਮੈਂ,
ਤਾ ਮੈਂ ਤਿਲ ਛਬ ਪਰ ਮਦ ਭੁਤ ਸ਼ਕ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਜਿਹੜੇ ਪ੍ਰਭੂ ਦੇ ਦਰਸ਼ਨ ਕਰਨੇ, ਪ੍ਰਭੂ ਦਾ ਦੀਦਾਰ ਕਰਨਾ, ਦਰਸ਼ਨ ਦੇਖ ਜੀਵਾ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਇਹ ਬੇਨੰਤੀ ਸੁਨ ਪ੍ਰਭ ਮੇਰੇ, ਦੇਹ ਨਾਮ ਕਰ ਆਪਣੇ ਚੇਰੇ। ਦਰਸ਼ਨ ਪਿਆਸੇ ਦਿਨ ਸਰਾਤ, ਚਿਤਵੋ ਅਨੰਦ ਨੀਤ। ਖੋਲ ਕਪਟ ਗੁਰ ਮੇਲਿਆ, ਨਾਨਕ ਹਰ ਸੰਗ ਮੀਤ। ਦਰਸ਼ਨ ਦੇਹੋ ਪਿਆਰੇ, ਦਰਸ਼ਨ ਸਾਨੂੰ ਦੇਣਾ ਕਰੋ। ਤੇਰੇ ਦਰਸ਼ਨਾਂ ਦੀ ਉਡੀਕ ਤੇ ਉਹ ਦਰਸ਼ਨ ਗੁਰੂ ਦੇ ਕਰਕੇ, ਗੁਰੂ ਦੇ ਦਰਸ਼ਨ ਹੋਣ ਨਾਲ ਜਿਹੜੀ ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦੈ ਚਾਨਣ ਸਭ ਮੈਂ ਚਾਨਣ ਹੋਏ। ਉਹ ਜੋਤ ਕੋ ਅਦੂਤ, ਉਹ ਜੋਤ ਜਿਹੜੀ ਏ ਪ੍ਰਗਟ ਹੁੰਦੀ ਏ, ਉਹ ਜੋਤ ਜਿਹੜੀ ਜਗਮਗਾਉਂਦੀ ਏ, ਉਹ ਜੋਤ ਜਿਹੜੀ ਚਾਨਣੇ ਵਾਲੀ ਬਣ ਜਾਂਦੀ। ਜਿਹੜਾ ਚਾਨਣਾ ਕਦੇ ਸੰਸਾਰ ਵਿੱਚ ਨਹੀਂ ਸੀ ਨਾ ਦੇਖਿਆ, ਪਤਾ ਹੀ ਨਹੀਂ ਸੀ ਵੀ ਐਸਾ ਵੀ ਕੁਝ ਹੈ, ਉਹ ਪ੍ਰਗਟ ਹੋ ਜਾਂਦਾ ਹੈ। ਉਹ ਚਾਨਣਾ ਜਦੋਂ ਪ੍ਰਗਟ ਹੁੰਦਾ ਹੈ ਫਿਰ ਅਚਰਜਮੈ, ਬੜਾ ਹੈਰਾਨ ਅਦਭੁਤ ਹੋ ਜਾਂਦਾ ਜੀਵ। ਕਮਾਲ ਦੀ ਬਾਤ ਹੈ, ਐਸਾ ਚਾਨਣਾ ਕਦੇ ਨਹੀਂ ਦੇਖਿਆ, ਐਸਾ ਰਸ ਕਦੇ ਨਹੀਂ ਦੇਖਿਆ, ਐਸਾ ਆਨੰਦ ਖੇੜਾ ਕਦੇ ਨਹੀਂ ਆਇਆ। ਕਹਿੰਦੇ ਅਚਰਜ ਰੂਪ ਵਿੱਚ ਚਲਾ ਜਾਂਦਾ ਹੈ। ਉਹ ਜੋਤ ਦੇ ਪ੍ਰਗਟ ਹੋਣ ਦੇ ਨਾਲ ਉਹ ਆਨੰਦ, ਉਹ ਖੇੜਾ, ਉਹ ਰਸ ਅੰਦਰੋਂ ਪ੍ਰਗਟ ਹੋ ਜਾਂਦਾ ਹੈ। ਜਿਵੇਂ ਅੰਦਰ ਚਾਨਣਾ ਹੋ ਜਾਵੇ ਨਾ, ਤੇ ਕਈ ਚੀਜ਼ਾਂ ਗਵਾਚੀਆਂ ਹੋਈਆਂ ਲੱਭ ਜਾਂਦੀਆਂ, ਤੇ ਜਦੋਂ ਚੀਜ਼ਾਂ ਲੱਭ ਜਾਣ, ਵਸਤੂ ਲੱਭ ਜਾਣ, ਉਸ ਵੇਲੇ ਮਨੁੱਖ ਨੂੰ ਸਕੂਨ ਮਿਲਦਾ ਹੈ। ਜਦੋਂ ਅੰਦਰ ਪ੍ਰਕਾਸ਼ ਹੁੰਦਾ ਹੈ, ਜੋਤ ਜਗਮਗਾਉਣ ਲੱਗ ਜਾਂਦੀ ਹੈ, ਉਦੋਂ ਬੇਅੰਤ ਵਸਤੂ ਆਪਣੇ ਅੰਦਰੋਂ ਮਿਲਦੀਆਂ ਨੇ। ਸੁੱਖ, ਆਰਾਮ, ਸ਼ਾਂਤੀ, ਦਇਆ, ਧਰਮ, ਪਰਮਾਤਮਾ ਸਭ ਕੁਝ ਅੰਦਰੋਂ ਮਿਲਦਾ ਹੈ। ਤੇ ਹੈਰਾਨ ਹੋ ਜਾਂਦਾ ਹੈ, ਐਵੇਂ ਇੱਧਰ ਉੱਧਰ ਭਟਕਦੇ ਫਿਰੇ, ਔਰ ਜੋ ਕੁਝ ਮਿਲਿਆ ਆਪਣੇ ਅੰਦਰੋਂ ਮਿਲਿਆ, ਅੰਦਰ ਨੂੰ ਖੋਜਿਆ ਤਾਂ ਮਿਲਿਆ, ਨਹੀਂ ਤਾਂ ਨਹੀਂ। ਕਹਿੰਦੇ ਹੈਰਾਨ ਹੋ ਗਿਆ ਪ੍ਰਗਟ ਹੋਣ ਦੇ ਨਾਲ। ਤਾਂ ਮੈਂ ਤਿਲ ਛਬ ਪ੍ਰਮਦ ਭੁਤ ਸ਼ਕ ਹੈ। ਕਹਿੰਦੇ ਤੇ ਜੇ ਕਿਤੇ ਉਹ ਚਾਨਣੇ ਨੂੰ ਪਾਉਣ ਵਾਲਾ ਤੇ ਅੰਦਰੋਂ ਜਿਹੜੀਆਂ ਬੇਅੰਤ ਵਸਤੂ ਉਸ ਦਿਵ ਚਾਨਣ ਨਾਲ ਦਿਸ ਰਹੀਆਂ ਨੇ, ਬਾਹਰ ਦੇ ਅੰਦਰ ਰਿੱਧੀਆਂ ਸਿੱਧੀਆਂ ਨਿਧੀਆਂ ਉਹ ਖਜ਼ਾਨੇ ਦਿਸਦੇ ਨੇ, ਇਹਨਾਂ ਨੂੰ ਪਾਉਣ ਵਾਲਾ ਕਹੇ ਬਈ ਮੈਂ ਪ੍ਰਮਾਤਮਾ ਦਾ ਜਾਂ ਅੰਤ ਪਾ ਲਿਆ, ਜਾਂ ਪ੍ਰਮਾਤਮਾ ਦੇ ਸਦਰਸ਼ ਹੋ ਗਿਆ, ਜਾਂ ਬਈ ਸਭ ਕੁਝ ਮੇਰਾ ਹੀ ਹੋ ਗਿਆ। ਮਹਾਰਾਜ ਕਹਿੰਦੇ ਤਾਂ ਮੈਂ ਤਿਲ ਛਬ, ਇਹ ਜਿੰਨੀ ਸ਼ੋਭਾ ਬਣਨੀ ਆ ਨਾ, ਉਹ ਸਾਰੀਆਂ ਵਸਤੂ ਪਾ ਕੇ ਕਹਿੰਦੇ ਪਰਮਾਤਮਾ ਦੇ ਇੱਕ ਤਿਲ ਮਾਤਰ ਵੀ ਨਹੀਂ, ਕਿਤੇ ਥੋੜੀ ਜੀ ਦਾਤ ਨੂੰ, ਥੋੜੇ ਜਿਹੇ ਚਮਤਕਾਰ ਨੂੰ, ਥੋੜੀ ਜੀ ਸ਼ਕਤੀ ਨੂੰ, ਥੋੜੀਆਂ ਜੀਆਂ ਰਿੱਧੀਆਂ ਸਿੱਧੀਆਂ ਨੂੰ ਪਾ ਕੇ ਮਨੁੱਖ ਇਹ ਨਾ ਕਹੇ ਕਿ ਮੇਰੇ ਕੋਲ ਬਹੁਤ ਕੁਝ, ਮੈਂ ਹੁਣ ਰੱਬ ਨੂੰ ਕੀ ਸਮਝਦਾ, ਸਭ ਕੁਝ ਮੈਂ ਹੀ ਰੱਬ ਹਾਂ। ਅੱਜ ਬੜੇ ਰੱਬ ਬਣੇ ਫਿਰਦੇ ਨੇ, ਪਰ ਪਰਮਾਤਮਾ ਪਰਮਾਤਮਾ ਹੈ। ਮਹਾਰਾਜ ਕਹਿੰਦੇ ਤਾਂ ਮੈਂ ਉਸ ਦੇ ਵਿੱਚ ਤਿਲ ਛਬ, ਪਰਮਾਤਮਾ ਦੀ ਇੱਕ ਤਿਲ ਮਾਤਰ, ਥੋੜੇ ਮਾਤਰ ਛਵੀ ਜਿਹੜੀ ਆ ਨਾ, ਔਰ ਕਹਿੰਦੇ ਪ੍ਰਮਦ ਭੁਤ ਸ਼ਕ ਹੈ, ਉਹਦੇ ਸਤੁਲ ਨਹੀਂ ਹੋ ਸਕਦੀ। ਉਹ ਬੜੀ ਅਦਭੁਤ ਸੁੰਦਰਤਾ ਤੋਂ ਸੁੰਦਰਤਾ ਹੈ। ਜਿੰਨੀ ਮਹਾਨ ਸੁੰਦਰਤਾ ਪ੍ਰਭੂ ਦੇ ਕੋਲ ਹੈ, ਬਖਸ਼ਿਸ਼ਾਂ ਖਜ਼ਾਨੇ ਪ੍ਰਭੂ ਦੇ ਕੋਲ ਹੈ, ਉਹਦੇ ਵਿੱਚੋਂ ਇੱਕ ਤਿਲ ਕੁ ਜਿੰਨਾ ਹੀ ਬਖਸ਼ਿਆ ਹੈ। ਇੱਕ ਤਿਲ ਵੀ ਪਰਮਾਤਮਾ ਦੀ ਛਵੀ, ਪਰਮਾਤਮਾ ਦੀਆਂ ਦਾਤਾਂ ਦੀ ਮਨੁੱਖ ਨੇ ਸੂਝ ਨਹੀਂ ਪਾਈ ਤੇ ਹਉਮੈ ਵਿੱਚ ਆ ਗਿਆ। ਜਬ ਕਛ ਪਾਵੈ ਤਬ ਗਰਭ ਕਰਤ ਹੈ। ਉਦੋਂ ਹਉਮੈ ਬਣ ਲੱਗ ਪਈ, ਇਹਨੂੰ ਗਵਾਉਣਾ ਸੀ।
ਉਹ ਕਹਿੰਦੇ ਅਦਭੁਤ ਅਚੰਭਤ ਵਸਤੂ ਜਿਹੜੀਆਂ ਨੇ ਭਾਈ ਗੁਰਦਾਸ ਸਾਹਿਬ ਕਹਿੰਦੇ ਅਤਿਅੰਤ ਔਖੀ ਉਹ ਛਵੀ ਬਣਦੀ, ਉਹ ਸੁੰਦਰਤਾ ਬਣਦੀ ਏ ਜਿਹੜੀ ਪ੍ਰਭੂ ਨਾਲ ਜੁੜ ਕੇ ਬਣਦੀ ਏ। ਉਹਦੇ ਵਿੱਚ ਨਾ ਤੋਲਿਆ ਜਾਣ ਵਾਲਾ, ਨਾ ਮਾਪਿਆ ਜਾਣ ਵਾਲਾ, ਜਿਹਨੂੰ ਉਹ ਤਿਲ ਮਾਤਰ ਥੋੜੀ ਜੀ ਦਾਤ ਉਹਦੀ ਬਖਸ਼ਿਸ਼ ਹੋ ਜਾਂਦੀ ਹੈ ਨਾ, ਭਾਈ ਸਾਹਿਬ ਕਹਿੰਦੇ ਉਹ ਤੋਲਿਆ ਮਾਪਿਆ ਨਹੀਂ ਜਾਂਦਾ। ਮਹਾਰਾਜ ਨੇ ਵੀ ਬਾਣੀ ਅੰਦਰ ਕਿਹਾ ਕਿਨਕਾ ਏਕ ਜਿਸ ਜੀ ਬਸਾਵੇ ਤਾਂ ਕਿ ਮਹਿਮਾ ਗਣੀ ਨਾ ਆਵੇ। ਜਿਹਦੇ ਅੰਦਰ ਇੱਕ ਕਿਨਕਾ, ਇੱਕ ਕਤਰਾ ਉਹਦੀ ਰਹਿਮਤ ਦਾ ਵਸ ਗਿਆ ਨਾ, ਉਸੇ ਦੀ ਉਪਮਾ ਵਡਿਆਈ ਕੋਈ ਬਿਆਨ ਨਹੀਂ ਕਰ ਸਕਦਾ। ਪਰਮਾਤਮਾ ਬਹੁਤ ਵੱਡਾ ਹੈ। ਪਰਮਾਤਮਾ ਦੀ ਮੁਕੰਮਲ ਰੂਪ 'ਚ ਕਿਵੇਂ ਕੋਈ ਵਡਿਆਈ ਕਰ ਦੇਵੇਗਾ। ਜਿਸ ਵਿੱਚ ਇੱਕ ਕਤਰਾ ਵਸਿਆ ਹੈ ਉਹਨੂੰ ਹੀ ਪੂਰਨ ਤੌਰ ਤੇ ਬਿਆਨ ਨਹੀਂ ਕਰ ਸਕਿਆ। ਸੱਚੀ ਸਰਕਾਰ ਕਹਿੰਦੇ ਉਹ ਅਘਾਇਆ, ਉਹ ਰੱਜਿਆ ਹੋਇਆ, ਉਹ ਤ੍ਰਿਪਤ ਹੋ ਗਿਆ, ਉਹਨੂੰ ਹੁਣ ਇੱਛਾ ਕੋਈ ਨਹੀਂ ਰਹੀ, ਨਾ ਰਾਜੇ ਦੀ ਨਾ ਕੰਗਾਲ ਦੀ, ਕਿਉਂਕਿ ਉਹਦੇ ਕੋਲ ਸਭ ਕੁਝ ਰਾਜੇ ਅੱਗੇ ਤਾਂ ਚੁੱਕੇ ਬਈ ਇਹਨੇ ਕੁਝ ਦੇਣਾ ਹੈ, ਉਹਨੂੰ ਪਤਾ ਦੇਣ ਵਾਲਾ ਦਾਤਾ ਹੈ ਮੇਰੇ ਕੋਲ। ਜਿਸ ਨੇ ਇਹ ਰਾਜੇ ਦੀ ਵੀ ਝੋਲੀ 'ਚ ਖਰਾਤ ਪਾਉਣੀ ਆ, ਤੇ ਜਦੋਂ ਉਹਨੇ ਬਰਾਬਰ ਮੇਰੀ ਝੋਲੀ 'ਚ ਪਾਣੀ ਹੈ, ਫਿਰ ਮੈਂ ਇਹਦੀ ਅਧੀਨਗੀ ਕਿਉਂ ਕਬੂਲਾਂ, ਪਰਮਾਤਮਾ ਦੀ ਹੀ ਕਬੂਲਾਂ। ਕਹਿੰਦੇ ਕੋਈ ਮਹਾਤਮਾ ਜੰਗਲ ਵਿੱਚ ਰਹੇ ਔਰ ਉਹਦੇ ਸ਼ਿਸ਼ ਸ਼ਾਗਿਰਦ ਜਿਹੜੇ ਅਧਿਆਤਮਕ ਦੇ ਢੰਡਾਊ ਸਨ, ਕਹਿਣ ਲੱਗੇ ਮਹਾਤਮਾ ਜੀ ਰਾਜੇ ਕੋਲ ਚੱਲੀਏ ਤੇ ਚੱਲ ਕੇ ਆਪਾਂ ਕੁਝ ਉਹ ਆਪਾਂ ਨੂੰ ਵਸਤੂ ਦੇਵੇਗਾ, ਰਸਤਾ ਦੇ ਦੇਵੇਗਾ, 4 ਦਿਨ ਸੌਖੇ ਲੰਘ ਜਾਣਗੇ। ਆ ਰੋਜ਼ ਰੋਜ਼ ਜਿਹੜਾ ਬਗਲੀ ਚੱਕ ਕੇ ਔਰ ਨਗਰ ਵਿੱਚ ਜਾਣਾ ਪੈਂਦਾ ਮੰਗਣ ਵਾਸਤੇ, ਕੋਈ ਕੁਝ ਬੋਲਦਾ ਹੈ, ਕੋਈ ਕੁਝ ਬੋਲਦਾ ਹੈ, 4 ਦਿਨ ਸੌਖੇ ਲੰਘ ਜਾਣਗੇ। ਮਹਾਤਮਾ ਜਾਣਦਾ ਸੀ, ਉਹਨੇ ਕਿਹਾ ਬਈ ਜੇ ਐਉਂ ਇਹਨਾਂ ਨੂੰ ਸਮਝਾਇਆ ਨਾ, ਇਹਨਾਂ ਦੇ ਗੱਲ ਸਮਝ ਵਿੱਚ ਨਹੀਂ ਆਉਣੀ। ਔਰ ਉਹਨੇ 1 ਵਾਰ ਕਿਹਾ, 2 ਵਾਰ ਕਿਹਾ ਬਈ ਛੱਡੋ ਖਹਿੜਾ, ਕੋਈ ਨਹੀਂ ਆਪਾਂ ਠੀਕ ਆ। ਕਹਿੰਦੇ ਨਹੀਂ ਤੁਸੀਂ ਜਾਣ ਤੋਂ ਕਹਿੰਦੇ ਹੋ, ਚਲੋ। ਕਹਿੰਦੇ ਚਲੋ ਫਿਰ। ਜਦੋਂ ਰਾਜੇ ਦੇ ਘਰ ਵਿੱਚ ਰਾਜ ਮਹੱਲ 'ਚ ਪਹੁੰਚੇ, ਉਹਨਾਂ ਦੱਸਿਆ ਬਈ ਬਾਦਸ਼ਾਹ ਜਿਹੜਾ ਹੈ ਉਹ ਨਮਾਜ਼ ਅਦਾ ਕਰਨ ਗਿਆ ਹੈ, ਉਹ ਖੁਦਾ ਦੇ ਅੱਗੇ ਸਿਜਦੇ ਕਰਨ ਗਿਆ। ਉਹ ਫਕੀਰ ਗਿਆ, ਜਾ ਕੇ ਪਿੱਛੇ ਖਲੋ ਗਿਆ ਬਈ ਇਹ ਇਬਾਦਤ ਕਰ ਲਵੇ, ਇਹਨੂੰ ਜਿਹੜਾ ਹੈ ਉਹਦੇ ਵਿੱਚ ਕੋਈ ਖਲਲ ਨਾ ਪਾਇਆ ਜਾਏ। ਇਬਾਦਤ ਕੀਤੀ, ਨਮਾਜ਼ ਅਦਾ ਕੀਤੀ, ਦੁਆ ਕਰਦਾ ਹੈ, ਹੇ ਖੁਦਾ ਮੇਰੀ ਝੋਲੀ ਅੰਦਰ ਜਿੱਤ ਪਾ, ਹੇ ਖੁਦਾ ਮੇਰੇ ਖਜ਼ਾਨੇ ਵਧਾ, ਮੇਰੀਆਂ ਫੌਜਾਂ ਵਧਾ ਔਰ ਮੇਰੇ ਤੇ ਕਿਰਪਾ ਕਰ, ਮੈਨੂੰ ਦੇਸ਼ਾਂ ਦੇਸ਼ਾਂਤਰਾਂ ਦੀ ਜਿੱਤ ਮੇਰੀ ਝੋਲੀ ਵਿੱਚ ਪਾ। ਤੇ ਜਿਹੜਾ ਫਕੀਰ ਸੀ ਇਹਨਾਂ ਸੁਣ ਕੇ ਤੁਰ ਪਿਆ। ਚੇਲੇ ਕਹਿੰਦੇ ਬਿਨਾਂ ਮੰਗੇ ਹੀ, ਹੁਣ ਤਾਂ ਉਹਨੇ ਦੁਆ ਕਰ ਲਈ, ਹੁਣ ਤਾਂ ਇਹ ਕਹਿ ਲਓ ਵੀ ਅਰਦਾਸ ਕਰ ਲਈ, ਤੇ ਹੁਣ ਉਹਨੇ ਆਪਣੇ ਨਾਲ ਗੱਲਬਾਤ ਕਰਨੀ। ਕਹਿੰਦਾ ਛੱਡੋ ਖਹਿੜਾ, ਜਿਹੜਾ ਆਪ ਝੋਲੀ ਅੱਡ ਕੇ ਖੜਾ ਹੈ ਸਾਡੀ ਕਦ ਭਰੇਗਾ, ਜਿਹਦੇ ਤੋਂ ਉਹ ਮੰਗਦਾ ਹੈ ਉਹਦੇ ਅੱਗੇ ਝੋਲੀ ਅੱਡੋ। ਇਹ ਰਾਜਾ ਇੱਕ ਦਿਨ ਕਦ ਸੁਣਾਵੇਗਾ ਕਿ ਮੇਰੀ ਪ੍ਰਜਾ ਹੋ, ਤੁਸੀਂ ਮੇਰਾ ਖਾਨੇ ਹੋ, ਮੇਰੇ ਤੋਂ ਲੈ ਕੇ। ਕਹਿੰਦੇ ਉਹਦੇ ਤੋਂ ਮੰਗੋ ਜਿੰਨੇ ਦੇ ਕੇ ਪਛਤਾਉਣਾ ਨਹੀਂ। ਮਹਾਰਾਜ ਕਹਿੰਦੇ ਆ ਦੇ ਨਾ ਪਛਤਾਏ, ਉਹ ਦਿੰਦਾ ਹੈ, ਦੇ ਕੇ ਪਛਤਾਉਂਦਾ ਨਹੀਂ। ਮੈਨੂੰ ਕਿਉਂ ਦੇਣਾ ਸੀ, ਇੰਨਾ ਅੱਗੇ ਵੱਧ ਗਿਆ ਹੈ। ਮਹਾਰਾਜ ਸਮਝਾਉਂਦੇ ਨੇ, ਉਹਦੀ ਉਪਮਾ ਨਹੀਂ ਕੀਤੀ ਜਾ ਸਕਦੀ। ਭਾਈ ਸਾਹਿਬ ਕਹਿੰਦੇ ਦੇਖ ਬੈਕੋ ਦ੍ਰਿਸ਼ਟ ਨਾ ਸੁਣ ਬੈਕੋ ਸੁਰਤ ਹੈ। ਕਹਿੰਦੇ ਐਸਾ ਪ੍ਰਕਾਸ਼, ਐਸਾ ਦਾਤਾ, ਉਹਨੂੰ ਮੁਕੰਮਲ ਰੂਪ 'ਚ ਕੋਈ ਦੇਖ ਸਕੇ, ਐਸੀ ਕੋਈ ਨਦਰ ਨਹੀਂ ਬਣੀ। ਉਹ ਕਹੇ ਬਈ ਮੈਂ ਸਭ ਆਦ ਤੋਂ ਅੰਤ ਤੱਕ ਪਰਮਾਤਮਾ ਦੇ ਆਨੰਦ ਨਜ਼ਾਰਿਆਂ ਨੂੰ, ਵਸਤੂਆਂ ਨੂੰ ਤੱਕ ਲਿਆ, ਪਰਮਾਤਮਾ ਦੇ ਮੁਕੰਮਲ ਬੋਲ ਸ਼ਰਵਣ ਕਰ ਸਕੇ, ਐਸੀ ਕੋਈ ਸੁਰਤ ਹੀ ਨਹੀਂ ਕਿ ਉਹ ਕਹੇ ਵੀ ਮੁਕੰਮਲ ਜਾਣਕਾਰੀ ਹੈ। ਕਹਿੰਦੇ ਕਹਿ ਬੇ ਕੋ ਜਿਹਬਾ ਨਾ,
ਤੇ ਕੋਈ ਕਹੇ ਮੈਂ ਪਰਮਾਤਮਾ ਦੀ ਬਾਬਤ ਬਿਲਕੁਲ ਸਭ ਕੁਝ ਬਿਆਨ ਕਰ ਚੱਲਿਆ, ਬੋਲ ਚੱਲਿਆ, ਉਚਾਰਨ ਕਰ ਚੱਲਿਆ, ਕਵਿਤਾ ਕਾਵਿ ਬਣਾ ਚੱਲਿਆ, ਰਚਨਾ ਕਰ ਚੱਲਿਆ। ਭਾਈ ਸਾਹਿਬ ਕਹਿੰਦੇ ਐਸੀ ਕੋਈ ਜ਼ਬਾਨ ਹੀ ਨਹੀਂ ਜਿਹੜੀ ਮੁਕੰਮਲ ਰੂਪ 'ਚ ਪਰਮਾਤਮਾ ਦੀ ਬਾਬਤ ਬਿਆਨ ਕਰੇ। ਐਸੀ ਕੋਈ ਸੁਰਤ ਨਹੀਂ ਜਿਹੜੀ ਇਹ ਕਹੇ ਵੀ ਸਭ ਕੁਝ ਮੈਂ ਪਾ ਲਿਆ ਹੈ, ਸੁਰਤ ਦੇ ਦੁਆਰਾ ਮੈਂ ਸਭ ਕੁਝ ਸਮਝ ਲਿਆ ਹੈ, ਸਾਰਾ ਗਿਆਨ ਹਾਸਲ ਕਰ ਲਿਆ ਹੈ। ਕਹਿੰਦੇ ਗਿਆਨ ਮੈਂ ਉਕਤ ਹੈ, ਐਸਾ ਉਹਦੇ ਕੋਲ ਗਿਆਨ ਹੀ ਨਹੀਂ, ਐਸੀ ਕੋਈ ਦਲੀਲ ਹੀ ਨਹੀਂ ਜਿਹੜੀ ਦੇ ਕੇ ਕਹੇ ਬਈ ਐਦੂ ਅੱਗੇ ਹੋਰ ਕੁਝ ਨਹੀਂ। ਐਗਜ਼ਾਮਪਲ ਐਸਾ ਉਹਦੇ ਕੋਲ ਕੋਈ ਨਹੀਂ ਜਿਹੜਾ ਕਹੇ ਬਈ ਐਦੂ ਅੱਗੇ ਪਰਮਾਤਮਾ ਨਹੀਂ। ਜੇ ਹੈਗਾ ਹੈ, ਖੀਰਲੀ ਗੱਲ ਹੈ ਪਰਮਾਤਮਾ ਦੀ ਮੈਂ ਤੁਹਾਨੂੰ ਸੁਣਾ ਰਿਹਾ। ਸਿਆਣੇ ਵਿਚਾਰਕ ਪ੍ਰਚਾਰਕ ਜਿੰਨੇ ਵੀ ਨੇ ਉਹ ਕਹਿਣਗੇ ਨਹੀਂ, ਤੁਸ਼ ਬੁੱਧੀ ਦੇ ਨਾਲ, ਤੁਸ਼ ਬੁੱਧੀ ਨਾਲ ਜਿੰਨਾ ਕੁ ਮੈਨੂੰ ਪ੍ਰਭੂ ਨੇ ਬੁਲਾਇਆ ਉਹਨਾਂ ਕੁ ਬੋਲਿਆ, ਜਿੰਨੀ ਕੁ ਦਾਤ ਦਿੱਤੀ ਉਹਨਾਂ ਕੁ ਸੁਣਾਇਆ ਸਮਝਿਆ ਹੈ। ਉਹ ਬਹੁਤ ਵੱਡਾ ਹੈ, ਉਹ ਬਹੁਤ ਵੱਡਾ ਹੈ। ਪਰਮਾਤਮਾ ਅਸੀਮ ਹੈ, ਉਸ ਨੂੰ ਜਾਣਦੇ ਕੋਈ ਉਗਤੀ ਜੁਗਤੀ ਨਹੀਂ ਚੱਲਦੀ। ਸੋਭਾ ਕੋਟ ਸੋਭਾ ਲੋਭਾ ਲੋਭਤ ਹੋਏ ਲੋਟ ਪੋਟ। ਪਰਮਾਤਮਾ ਦੀ ਬਹੁਤ ਵੱਡੀ ਸੋਭਾ ਔਰ ਕਰੋੜਾਂ ਦੀ ਤਾਦਾਦ ਅੰਦਰ ਇੰਨੀ ਫੈਲੀ ਹੋਈ, ਐਡੀ ਵੱਡੀ ਸੋਭਾ ਨੂੰ ਦੇਖ ਕੇ ਲੋਭ ਲੁਭਤ ਜੀਵ ਲੁਭਾਈਮਾਨ ਹੁੰਦੇ, ਚੱਲਦੇ ਤੁਰਦੇ ਉਹਨੂੰ ਪਾਉਣ ਲਈ। ਕਿਉਂ ਲੁਭਾਈਮਾਨ ਹੁੰਦੇ? ਉਹਦੀਆਂ ਬਖਸ਼ਿਸ਼ਾਂ ਨੇ, ਉਹਦੀਆਂ ਦਾਤਾਂ ਨੇ। ਬਹੁਤਾਤ ਅੰਦਰ ਰੱਬ ਨੂੰ ਪਾਉਣ ਵਾਸਤੇ ਨਹੀਂ, ਉਹਦੀਆਂ ਦਾਤਾਂ ਨੂੰ ਪਾਉਣ ਵਾਸਤੇ ਜੀਵ ਲੋਭਾਈਮਾਨ ਹੁੰਦੇ ਨੇ, ਲੋਟ ਪੋਟ ਲੇਥੂ ਪੇਥੂ ਹੋ ਜਾਂਦੇ ਨੇ। ਲਾਲਸਾ ਵਧੀਆਂ ਹੈ ਅੰਦਰ ਦੀਆਂ, ਲੋਭ ਦੀਆਂ ਲਹਿਰਾਂ ਜਿਹੜੀਆਂ ਤਰੰਗਾਂ ਨੇ ਉਹ ਜਿਹੜੀਆਂ ਵਧੀਆਂ ਨੇ ਉਹੀ ਉਛਾਲੇ ਪਈਆਂ ਦਿੰਦੀਆਂ ਨੇ। ਔਰ ਭਾਈ ਸਾਹਿਬ ਕਹਿੰਦੇ ਜਗਮਗ ਜੋਤ ਕੋਟਾ ਓਟ ਲੈ ਛਿਪਤ ਹੈ। ਜਿਹੜੀ ਪਰਮਾਤਮਾ ਦੀ ਜਗਮਗ ਕਰਦੀ ਜੋਤ ਹੈ ਨਾ, ਉਹ ਜੋਤ ਜਿਹੜੀ ਆ ਕੋਟ ਲੈ, ਉਹ ਕੋਟ ਕਰੋੜਾਂ ਦੇ ਅੰਦਰ ਹੈ, ਪਰ ਜਗਮਗਾਉਂਦੀ ਕਿਹਦੇ ਅੰਦਰ ਹੈ? ਓਟ ਲੈ, ਜਿਨ੍ਹਾਂ ਨੇ ਓਟ ਉਹਦਾ ਆਸਰਾ ਲਿਆ ਹੈ ਪਰਮਾਤਮਾ ਦੇ। ਜਦੋਂ ਆਸਰਾ ਲੈ ਕੇ ਹਿਰਦੇ ਦੀ ਜੋਤ ਜਗਾਈਏ, ਕਹਿਣ ਲੱਗੇ ਛਿਪਤਾ ਹੈ, ਉਹ ਆਪਣੀਆਂ ਕਾਮਨਾਵਾਂ ਉਹਦੀਆਂ, ਉਹਦੇ ਫੁਰਨੇ ਲਾਲਸਾਵਾਂ ਸਭ ਛਿਪ ਜਾਂਦੀਆਂ ਨੇ, ਛੁਪ ਜਾਂਦੀਆਂ ਨੇ। ਕੋਈ ਵੀ ਉਛਾਲਾ ਨਹੀਂ ਦਿੰਦੇ। ਜਦੋਂ ਅੰਦਰ ਜੋਤ ਜਗਮਗਾਉਂਦੀ ਏ, ਪਰਮਾਤਮਾ ਦੀ ਪ੍ਰਾਪਤੀ ਹੁੰਦੀ ਏ, ਉਦੋਂ ਸਾਰੀਆਂ ਇੱਛਾਵਾਂ ਖਤਮ ਹੋ ਜਾਂਦੀਆਂ ਨੇ, ਫੁਰਨੇ ਖਤਮ ਹੋ ਜਾਂਦੇ। ਅੰਗ ਅੰਗ ਪੇਖ ਮਨ ਮਨ ਸਾ ਥਕਤ ਭਈ। ਕਹਿੰਦੇ ਹਰ ਇੱਕ ਸਰੀਰ ਦੇ ਅੰਗ ਅੰਗ ਅੰਦਰੋਂ ਤੇ ਬਾਹਰੋਂ ਜਿਹੜੀਆਂ ਮਨ ਦੀਆਂ ਮਨਸ਼ਾ ਇੱਛਾਵਾਂ ਕਾਮਨਾਵਾਂ ਨੇ, ਭਾਈ ਸਾਹਿਬ ਕਹਿੰਦੇ ਉਹ ਸਰਬ ਸਾਰੇ ਸਮੂਹ ਮਨ ਦੇ ਵਿੱਚੋਂ ਸੰਕਲਪ ਵਿਕਲਪ ਜਿਹੜੇ ਨੇ ਉਹ ਥੱਕ ਗਏ। ਭੱਜ ਭੱਜ ਕੇ ਆਪਾਂ ਕਹਿੰਦੇ ਨੇ ਹੁਣ ਥੱਕ ਗਿਆ ਜੀਵ, ਹੰਬ ਗਿਆ, ਡਿੱਗ ਪਿਆ। ਹੁਣ ਇਹ ਟਿਕ ਗਏ ਨੇ। ਹੁਣ ਕੋਈ ਵੀ ਸੰਕਲਪ ਵਿਕਲਪ ਉਪਜਦਾ ਨਹੀਂ, ਆਦ ਅੰਤ ਲੱਭਦਾ ਨਹੀਂ। ਤੇ ਮਹਾਰਾਜ ਦੀ ਬਾਬਤ ਕਹਿੰਦੇ ਫਿਰ ਕੀ ਆ, ਨਿਤ ਨਿਤ ਨਮੋ ਨਮੋ ਨਮੋ। ਭਾਈ ਸਾਹਿਬ ਕਹਿੰਦੇ ਉਹ ਬੇਅੰਤੇ ਬੇਅੰਤੇ। ਮਨੁੱਖ ਬੜੇ ਆਪਣੀ ਅਕਲ ਦੇ ਘੋੜੇ ਦੜਾਉਂਦਾ ਕਿ ਮੈਂ ਔਰ ਕਿਸੇ ਸ਼ਬਦ ਦਾ ਅੰਤ ਲਿਖ ਜਾਵਾਂ, ਕਿਸੇ ਗ੍ਰੰਥ ਦਾ ਅੰਤ ਲੱਭ ਲਵਾਂ, ਕਿਸੇ ਅਵਤਾਰ ਗੁਰੂ ਪੀਰ ਦਾ ਅੰਤ ਲੱਭ ਲਵਾਂ, ਜਾਂ ਅਕਾਲ ਦਾ ਅੰਤ ਲੱਭ ਲਵਾਂ। ਕਹਿੰਦੇ ਅਕਲ ਦੇ ਘੋੜੇ ਦੜਾਉਂਦਾ ਰਹਿੰਦਾ, ਦੜਾਉਂਦਾ ਰਹਿੰਦਾ, ਪਰ ਉਹਦਾ ਆਪਣਾ ਅੰਤ ਹੋ ਜਾਂਦਾ ਹੈ। ਪਰਮਾਤਮਾ ਦਾ ਅੰਤ ਨਹੀਂ ਪਾ ਸਕਦਾ। ਮਹਾਰਾਜ ਤਾਂ ਕਹਿੰਦੇ ਅੰਤ ਨਾ ਪਾਵਤ ਦੇਵ ਸਭੈ ਮੁਨ। ਇੰਦਰ ਮਹਾ ਸ਼ਿਵ ਜੋਗ ਕਰੀਏ, ਸਾਰੇ ਜਿੰਨੇ ਦੇਵਤੇ ਨੇ ਇਹ ਸਾਰੇ ਦੇ ਸਾਰੇ ਵੀ ਮਿਲ ਕੇ ਮਾਲਕ ਦਾ ਅੰਤ ਨਹੀਂ ਪਾ ਸਕਦੇ। ਉਹਨੂੰ ਨਮਸਕਾਰ ਤਨ ਕਰਕੇ ਮਨ ਕਰਕੇ ਆ। ਉਹ ਬੇਅੰਤੇ ਬੇਅੰਤੇ ਤਨ ਕਰਕੇ ਮਨ ਕਰਕੇ ਬਿਰਤੀਆਂ ਕਰਕੇ। ਅਤ ਹੂੰ ਤੇ ਅਤ ਹੈ,
ਅਤਿਅੰਤ ਭਾਵ ਵਾਲਾ ਹੈ, ਉਸ ਨੂੰ ਨਮਸਕਾਰਾਂ ਨੇ। ਐਸੇ ਪਰਮਾਤਮਾ ਨੂੰ ਉਹਦੇ ਨਾਲ ਜੁੜਿਆ ਭਾਈ ਸਾਹਿਬ ਅਗਲੇ ਕਬੀਰ ਦੁਆਰਾ ਕਹਿੰਦੇ, ਸ਼ਬ ਕੇ ਅਨੇਕ ਸ਼ਬ, ਸੋਭਾ ਕੇ ਅਨੇਕ ਸੋਭਾ। ਕਹਿੰਦੇ ਬੜੀ ਛਵੀ, ਬੜੀ ਸੁੰਦਰਤਾ, ਬੜਾ ਚਾਨਣ ਹੈ ਸੰਸਾਰ ਵਿੱਚ, ਜਿੰਨੀ ਸ਼ੋਭਾ ਹੈ ਸੰਸਾਰ ਦੀ। ਕਹਿਣ ਲੱਗੇ ਅਨੇਕਤਾ ਵਿੱਚ ਜਿੰਨੀ ਸ਼ੋਭਾ ਹੈ ਨਾ, ਉਦੋਂ ਦੁੱਗਣੀ ਪਰਮਾਤਮਾ ਦੀ ਸ਼ੋਭਾ ਹੈ। ਇਹ ਤਾਂ ਇੱਕ ਕਤਰਾ ਮਾਤਰ ਹੈ। ਜੇ ਕੋਈ ਕਹੇ ਫਲਾਣੇ ਦੀ ਬੜੀ ਸ਼ੋਭਾ, ਨਹੀਂ, ਪਰਮਾਤਮਾ ਦੀ ਸ਼ੋਭਾ ਬਹੁਤ ਵੱਡੀ, ਪਰਮਾਤਮਾ ਦੀ ਛਵੀ ਸੁੰਦਰਤਾ ਬਹੁਤ ਵੱਡੀ ਹੈ। ਕਹਿਣ ਲੱਗੇ ਅਨੇਕਤਾ ਦੇ ਅੰਦਰ ਉਹ ਰਮਿਆ, ਜੋਤ ਕੈ ਅਨੇਕ ਜੋਤ, ਨਾਮੋ ਨਾਮੋ ਨਾਮ ਹੈ। ਉਹਦੀ ਪਰਮਾਤਮਾ ਦੀ ਜੋਤ ਜਿਹੜੀ ਹੈ ਸਾਰਿਆਂ ਵਿੱਚ ਜਗਮਗਾ ਰਹੀ ਹੈ, ਔਰ ਅਨੇਕਤਾ ਦੇ ਅੰਦਰ ਇੱਕ ਦੀ ਜੋਤ ਜਿਹੜੀ ਹੈ ਪਸਰੀ ਹੋਈ ਹੈ। ਇਸ ਕਰਕੇ ਤਨ ਕਰਕੇ ਮਨ ਕਰਕੇ ਐਸੇ ਪਰਿਪੂਰਨ ਪਰਮਾਤਮਾ ਨੂੰ ਭਾਈ ਸਾਹਿਬ ਕਹਿੰਦੇ ਨਮਸਕਾਰ ਹੈ, ਨਮਸਕਾਰ ਹੈ। ਉਸਤਤ ਉਪਮਾ ਮਹਾਤਮ ਮਹਿਮਾ ਅਨੇਕ। ਪਰਮਾਤਮਾ ਦੀ ਉਸਤਤ ਕਰਨੀ, ਕੋਈ ਇਹ ਕਹੇ ਮੈਂ ਉਹਦੀ ਉਸਤਤ ਉਪਮਾ ਵਡਿਆਈ ਕੀਤੀਆਂ, ਪਰਮਾਤਮਾ ਦਾ ਆਦ ਅੰਤ ਲੱਭ ਲਵਾਂਗਾ। ਕਹਿੰਦੇ ਨਹੀਂ, ਉਹਦਾ ਮਹਾਤਮ, ਉਹਦੀ ਮਹਿਮਾ ਬਹੁਤ ਵੱਡੀ ਆ, ਕੋਈ ਉਹਦਾ ਅੰਤ ਨਹੀਂ ਪਾ ਸਕਦਾ। ਭਾਵੇਂ ਅਨੇਕਤਾ ਸਾਰੀ ਦੀ ਸਾਰੀ ਇਕੱਠੀ ਹੋ ਕੇ ਤੇ ਉਸ ਪਰਮਾਤਮਾ ਦੀ ਕੀਰਤੀ ਗਾਉਣ ਲੱਗ ਜਾਵੇ ਤਾਂ ਵੀ ਉਸ ਦਾ ਅੰਤ ਨਹੀਂ। ਏਕ ਤੇਲ ਕਥਾ ਅਤ ਅਗਮ ਅਗਮ ਹੈ। ਕਹਿੰਦੇ ਜਿੰਨਾ ਕਥਨ ਕਰੇ ਸਾਰੀ ਲੋਕਾਈ, ਅਨੇਕਤਾ ਨਾਨਾ ਪ੍ਰਕਾਰ ਮਿਲ ਕੇ, ਕਹਿੰਦੇ ਇੱਕ ਤਿਲ ਦੀ ਬਰਾਬਰ ਵੀ ਪਰਮਾਤਮਾ ਦੀ ਵਡਿਆਈ ਇਹ ਕਥਨ ਨਹੀਂ ਕਰ ਸਕਦੇ। ਆਪਣਾ ਆਨੰਦ ਤਾਂ ਮਾਣ ਸਕਦਾ ਹੈ, ਜੀਵ ਮਾਲਕ ਵਿੱਚ ਤਾਂ ਮਿਲ ਸਕਦਾ ਹੈ, ਪਰ ਪਰਮਾਤਮਾ ਦਾ ਮਾਪ ਤੋਲ ਕਰਨਾ, ਆਦ ਅੰਤ ਲੱਭਣਾ, ਔਰ ਕਹਿੰਦੇ ਉਹ ਨਹੀਂ ਇਹ ਕਰ ਸਕਦਾ। ਉਹ ਅਗਮ ਅਗਮ ਹੈ, ਅਗਮ ਔਰ ਤਨ ਦੀ ਪਹੁੰਚ ਤੋਂ ਪਰੇ। ਜਿੱਥੇ ਤਨ ਦੀ ਪਹੁੰਚ ਤੋਂ ਪਰੇ ਆ, ਉੱਥੇ ਮਨ ਦੀ ਪਹੁੰਚ ਤੋਂ ਵੀ ਪਰੇ ਆ। ਉਹਦਾ ਤਨ ਕਰਕੇ ਮਨ ਕਰਕੇ ਆਦ ਅੰਤ ਨਹੀਂ ਲੱਭਿਆ ਜਾ ਸਕਦਾ। ਉਹਨੂੰ ਬੇਅੰਤ ਬੇਅੰਤ ਕਰਕੇ ਪਾਇਆ ਜਾ ਸਕਦਾ ਹੈ, ਧਿਆਇਆ ਜਾ ਸਕਦਾ ਹੈ। ਬੁੱਧ ਬਲ ਬਚਨ ਵਿਵੇਕ ਜੋ ਅਨੇਕ ਮਿਲੇ। ਬੁੱਧੀ ਦਾ ਬਲ, ਤਾਕਤ ਔਰ ਕਿੰਨੀ ਕੁ, ਤੇ ਕਹਿੰਦੇ ਬਚਨਾਂ ਦੀ ਵਿਵੇਕ ਵਿਚਾਰਧਾਰਾ ਜਿਹੜੀ ਹੈ, ਇਸ ਤਰ੍ਹਾਂ ਦੀਆਂ ਜਿੰਨੀਆਂ ਸਿਆਣਪਾਂ ਨੇ ਔਰ ਸੁੰਦਰਤਾਈਆਂ, ਚਲਾਕੀਆਂ, ਚਤਰਪੁਣਾ ਹੈ, ਔਰ ਇਹ ਸਾਰੇ ਦਾ ਸਾਰਾ ਆ ਕੇ ਇੱਕ ਜਗ੍ਹਾ ਮਿਲੇ। ਬੁੱਧੀ ਬੜੀ ਤਾਕਤਵਰ ਹੋਵੇ, ਬੜਾ ਬਲ ਰੱਖਣ ਵਾਲੀ ਹੋਵੇ। ਕਹਿੰਦੇ ਸਾਰੀਆਂ ਅਨੇਕ ਮਿਲੇ, ਅਨੇਕਾਂ ਮਿਲ ਜਾਣ। ਏਕ ਤਿਲ ਆਦ ਬਿਸਮਾਦ ਕੈ ਬਿਸਮ ਹੈ। ਪਰਮਾਤਮਾ ਦਾ ਇੱਕ ਤਿਲ ਮਾਤਰ ਵੀ ਪਰਮਾਤਮਾ ਦੇ ਨਾਮ ਦੇ ਗਿਆਨ ਦੇ ਤੁਲ ਨਹੀਂ। ਬਈ ਇੱਕ ਤਿਲ ਮਾਤਰ ਦੀ ਵੀ ਇਹ ਆਦ ਅੰਤ ਲੱਭ ਸਕਣ। ਉਹ ਆਦ ਪੁਰਖ ਜਿਹੜਾ ਹੈ ਨਾ, ਉਹ ਬਿਸਮਾਦ ਰੂਪ ਹੈ। ਉਹਨੂੰ ਤੱਕ ਕਰਕੇ ਇਹ ਬੁੱਧੀ, ਇਹ ਗਿਆਨ, ਇਹ ਸਿਆਣਪ ਸੰਸਾਰ ਹੈਰਾਨ ਹੋ ਜਾਂਦਾ ਹੈ। ਏਕ ਤਿਲ ਕੈ ਅਨੇਕ ਭਾਂਤ ਨਿਕ੍ਰਾਂਤ ਭਈ। ਕਹਿੰਦੇ ਤਿਲ ਮਾਤਰ ਜਿੰਨੀ ਕ੍ਰਾਂਤੀ ਸ਼ੋਭਾ ਹੈ ਨਾ ਸੰਸਾਰ ਦੀ, ਨਾਨਾ ਪ੍ਰਕਾਰ ਦੀ ਸਿਆਣਪਤਾ ਜਿੰਨੀ ਹੈ, ਜਿੰਨੀ ਚਾਤੁਰੀ ਹੈ, ਜਿੰਨੀ ਬੁੱਧੀ ਕੰਮ ਕਰਦੀ ਹੈ, ਔਰ ਜਿੰਨੀ ਚਮਕ ਦਮਕ ਸੁੰਦਰਤਾ ਕੰਮ ਕਰਦੀ ਹੈ, ਇਹ ਪਰਮਾਤਮਾ ਦੇ ਇੱਕ ਤਿਲ ਮਾਤਰ, ਇੱਕ ਕਤਰੇ ਦੇ ਤੁਲ ਕ੍ਰਾਂਤੀ ਸ਼ੋਭਾ ਅਕਲ ਕੁਝ ਵੀ ਨਹੀਂ ਹੈ। ਅਵਗਤ ਗਤ ਗੁਰ ਪੂਰਨ ਬ੍ਰਹਮ ਹੈ। ਕਹਿੰਦੇ ਅਵਿਅਕਤ ਰੂਪ ਅੰਦਰ ਔਰ ਜਿਹੜੀ ਗੁਰੂ ਦੀ ਗਤ ਹੈ, ਗੁਰੂ ਦੀ ਹਾਲਤ ਹੈ, ਕਹਿੰਦੇ ਉਹ ਪੂਰਨ ਬ੍ਰਹਮ ਹੈ। ਸਾਰੀ ਕਾਇਨਾਤ ਪੂਰਨ ਨਹੀਂ ਹੈ, ਪਰ ਬ੍ਰਹਮ ਜਿਹੜਾ ਉਹ ਪੂਰਨ ਹੈ, ਉਹ ਸਾਰੇ ਰਮਿਆ ਹੈ। ਉਹਦੇ ਨਾਲ ਜੁੜ ਕੇ ਉਹਨੂੰ ਪਾ ਕੇ ਧਿਆ ਕੇ ਜੀਵ ਪੂਰਾ ਹੋ ਸਕਦਾ ਹੈ, ਪਰ ਉਹਦੇ ਤੋਂ ਬਗੈਰ ਸਾਰੇ ਅਧੂਰੇ ਨੇ। ਅਧੂਰੇ ਇੱਕ ਪੂਰੇ ਦਾ ਅੰਤ ਨਹੀਂ ਪਾ ਸਕਦੇ, ਉਹ ਬੇਅੰਤ ਹੈ। ਭਾਈ ਸਾਹਿਬ ਕਹਿੰਦੇ ਨੇ, ਔਰ ਐਸਾ ਜਦੋਂ ਹੋ ਜਾਂਦਾ ਹੈ ਉਹਨੂੰ ਕੋਈ ਨਹੀਂ ਪਾ ਸਕਦਾ। ਅਗਲੇ ਕਵਿਤ ਦੁਆਰਾ ਕਿਰਪਾ ਦੇ ਘਰ ਵਿੱਚ ਆਉਂਦੇ ਨੇ, ਕਹਿੰਦੇ ਦਰਸ਼ਨ ਜੋਤ ਕੋ ਆਦੂਤ ਅਸਚਰਜ ਮੈਂ। ਉਹੀ ਭਾਵ ਦ੍ਰਿੜ ਕਰਾਉਂਦੇ ਨੇ। ਕਹਿੰਦੇ ਪ੍ਰਭੂ ਦੇ ਦਰਸ਼ਨਾਂ ਦੀ ਜਿਹੜੀ ਜੋਤ ਹੈ,
ਅੰਦਰ ਝਲਕਾਰਾ ਪੈਂਦਾ ਹੈ। ਕਹਿੰਦੇ ਉਹ ਅਦੋਤ, ਉਹ ਜਦੋਂ ਪ੍ਰਗਟ ਹੁੰਦੀ ਹੈ ਅਚਰਜਮੈ, ਜੀਵ ਨੂੰ ਅਚਰਜਤਾ ਦੇ ਵਿੱਚ, ਹੈਰਾਨਕਤਾ ਦੇ ਵਿੱਚ ਲੈ ਜਾਂਦੀ, ਅਚੰਭੇ ਦੇ ਵਿੱਚ ਲੈ ਜਾਂਦੀ। ਕਿਉਂ? ਐਸਾ ਕੁਝ ਪਹਿਲਾਂ ਨਹੀਂ ਦੇਖਿਆ ਜੋ ਅੱਜ ਦੇਖਿਆ। ਬਹੁਤ ਯਤਨ ਕੀਤੇ, ਬਹੁਤ ਪੁਸਤਕਾਲ ਪੜ੍ਹਿਆ, ਬਹੁਤ ਸਿਆਣਪਤਾ ਦੇਖੀਏ, ਪਰ ਇਹ ਕੁਝ ਕਿਦਿਓਂ ਬਾਹਰੋਂ ਮਿਲਿਆ ਹੀ ਨਹੀਂ ਹੈ। ਜਿਹੜਾ ਅੰਦਰੋਂ ਮਿਲਿਆ ਹੈ, ਜਿਹੜਾ ਮਾਲਕ ਦੇ ਦੀਦਾਰ ਤੋਂ ਮਿਲਿਆ ਹੈ, ਕਿੰਚਿਤ ਕਟਾਸ਼ ਮੈਂ ਬੇਸਮਾ ਕੂਟ ਧਿਆਨ ਹੈ, ਉਹ ਪਰਿਪੂਰਨ ਪਰਮਾਤਮਾ ਕਿੰਚਿਤ ਥੋੜੇ ਮਾਤਰ ਕਟਾਸ਼ ਨਾਲ ਜਦੋਂ ਦੇਖਦਾ ਹੈ ਨਾ ਪਰਿਪੂਰਨ ਪਰਮਾਤਮਾ, ਭਾਈ ਸਾਹਿਬ ਕਹਿੰਦੇ ਬਿਸਮ ਕੋਟ ਧਿਆਨ ਹੈ। ਕਹਿੰਦੇ ਸਾਰੇ ਕਰੋੜਾਂ ਧਿਆਨੀ ਜਿਹੜੇ ਧਿਆਨ ਲਾਉਣ ਵਾਲੇ ਉਹ ਬਿਸਮ ਹੋ ਜਾਂਦੇ, ਹੈਰਾਨ ਹੋ ਜਾਂਦੇ। ਇੰਨਾ ਵੱਡਾ ਪਰਮਾਤਮਾ, ਇੰਨਾ ਸੁੰਦਰ ਪਰਮਾਤਮਾ, ਇੰਨਾ ਗਿਆਨ ਪਰਮਾਤਮਾ ਦਾ ਬੁੱਧੀ ਚਾਕਰਤ ਰਹਿ ਜਾਂਦੀ ਏ। ਉਹਨਾਂ ਦਾ ਧਿਆਨ ਵੀ ਮੁਕੰਮਲ ਰੂਪ ਵਿੱਚ, ਔਰ ਉਹਨਾਂ ਧਿਆਨ ਨਹੀਂ ਜੋ ਉਹਨਾਂ ਦੇ ਧਿਆਨ ਵਿੱਚ ਪਰਮਾਤਮਾ ਮੁਕੰਮਲ ਰੂਪ ਵਿੱਚ ਆ ਜਾਵੇ। ਕਹਿੰਦੇ ਨਹੀਂ, ਤੁਛ ਹੈ, ਤੁਛ ਮਾਤਰ ਹੈ ਸਾਡਾ ਧਿਆਨ। ਅਚੰਭਿਤ ਹੋ ਜਾਂਦੇ ਨੇ ਧਿਆਨ ਦੇ ਸਹਿਤ ਜਦੋਂ ਪਰਮਾਤਮਾ ਦੇ ਦੀਦਾਰ ਕਰਦੇ ਨੇ। ਭਾਈ ਸਾਹਿਬ ਕਹਿੰਦੇ ਮੰਦ ਮੁਸਕਾਨ ਬਾਨ ਪਰਮਦ ਪੁੱਤ ਗਤ, ਕਹਿਣ ਲੱਗੇ ਜਿਹੜੀ ਉਹਨਾਂ ਦੇ ਚਿਹਰਿਆਂ ਦੇ ਉੱਪਰ ਮੰਦ ਮੁਸਕਾਨ, ਮੰਦ ਦਾ ਅਰਥ ਮੰਦੀ ਨਹੀਂ, ਮੱਠੀ, ਥੋੜੀ ਥੋੜੀ ਚਿਹਰਿਆਂ ਦੇ ਉੱਪਰ ਮੁਸਕਾਨ ਖੜਾਵਟ ਬਣੀ ਰਹਿੰਦੀ ਏ। ਔਰ ਕਹਿਣ ਲੱਗੇ ਇਹ ਉਹਨਾਂ ਦੇ ਸਹਿਜ ਅਵਸਥਾ, ਹਸਮੁਖੀ ਔਰ ਚਿਹਰਿਆਂ ਦੇ ਉੱਪਰ ਮੁਸਕਾਨ ਹੈ ਬੜੀ ਅਦਭੁਤ ਜਾਈ, ਬਹੁਤ ਸੁੰਦਰਤਾ ਵਾਲੀ, ਕਹਿਣ ਲੱਗੇ ਅਨੋਖੀ ਜਾਈ, ਉਹ ਅਦਭੁਤ ਹਾਲਤ ਬਣੀ ਰਹਿੰਦੀ ਏ। ਐਸੇ ਜਿਨ੍ਹਾਂ ਤੇ ਪ੍ਰਭੂ ਦੀ ਤੁਛ ਮਾਤਰ ਕਟਾਸ਼ ਕਿਰਪਾ ਹੋ ਜਾਂਦੀ ਏ, ਜਿਹਨੂੰ ਮਹਾਰਾਜ ਬਾਣੀ ਅੰਦਰ ਕਹਿੰਦੇ ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁਖ ਬਿਦਾਰਿਓ। ਚਿਹਰੇ ਤੇ ਮਾਯੂਸੀ ਉਦੋਂ ਆਉਂਦੀ ਜਦੋਂ ਦੁੱਖਾਂ ਦੇ ਵਿੱਚ ਘਿਰੇ ਹੋਈਏ, ਔਰ ਦੁੱਖ ਅੰਦਰ ਹੋਵੇ, ਬਾਹਰੋਂ ਕਿਸੇ ਹਾਸਰਸ ਸਮਾਗਮ ਦੇ ਵਿੱਚ ਵੀ ਹੋਈਏ ਨਾ, ਘਰੇਲੂ ਕੋਈ ਦੁੱਖ ਹੈ ਅੰਦਰ ਹੈ, ਅਸੀਂ ਕਿਸੇ ਕੋਲ ਪ੍ਰਗਟ ਨਹੀਂ ਕਰ ਸਕਦੇ, ਉਹ ਚਿਹਰੇ ਤੇ ਮਾਯੂਸੀ ਛਾਈ ਹੋਵੇਗੀ। ਸਾਡੇ ਅੰਦਰ ਖੁਸ਼ੀ ਹੈ, ਘਰ ਹਿਰਦੇ ਵਿੱਚ ਖੁਸ਼ੀ ਹੈ, ਤੇ ਬਾਹਰ ਭਾਵੇਂ ਕਿਸੇ ਗਮਗੀਨਤਾ ਸਮਾਗਮ 'ਚ ਵੀ ਹੋਈਏ, ਚਿਹਰਾ ਜਿਹੜਾ ਹਸੂ ਹਸੂ ਕਰਦਾ ਹੋਵੇਗਾ। ਕਹਿੰਦੇ ਉਹਨਾਂ ਦਾ ਚਿਹਰਾ ਹਸੂ ਹਸੂ ਕਰਦਾ ਹੈ, ਉਹਨਾਂ ਕੋਲ ਖੁਸ਼ੀ ਦਾ ਖੇੜਾ ਹੈ, ਪਰਮਾਤਮਾ ਹਿਰਦੇ ਵਿੱਚ ਵਸ ਗਿਆ ਹੈ, ਘਰ ਵਿੱਚ ਆ ਗਿਆ ਹੈ। ਕਿਉਂਕਿ ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਕਹੋ ਨਾਨਕ ਗੁਰ ਮੰਤਰ ਦਰੜਾਇਆ। ਉਹ ਪਰਮਾਤਮਾ ਘਰ ਵਿੱਚ ਆ ਗਿਆ ਹੈ, ਮੰਤਰ ਪ੍ਰਭੂ ਦਾ ਬੋਲ ਸ਼ਬਦ ਉਹਨੂੰ ਦ੍ਰਿੜ ਕਰ ਲਿਆ। ਆਪਾਂ ਗੁਰਮੁਖੀ ਪੰਜਾਬੀ ਵਿੱਚ ਕਹਿੰਦੇ ਬੋਲ ਕਹੋ ਸ਼ਬਦ ਕਹੋ, ਸੰਸਕ੍ਰਿਤ ਵਿੱਚ ਉਸੇ ਨੂੰ ਮੰਤਰ ਕਹਿੰਦੇ ਨੇ, ਹੋਰ ਉਹ ਮੰਤਰ ਫੂਕ ਫਕਾਰੇ ਵਾਲਾ ਨਹੀਂ, ਔਰ ਬੋਲ ਨੂੰ ਹੀ ਮੰਤਰ ਕਹਿੰਦੇ ਆ, ਸ਼ਬਦ ਨੂੰ ਹੀ ਮੰਤਰ ਕਹਿੰਦੇ ਆ। ਵੇਦ ਬਾਣੀ ਜਿੰਨੀ ਆ ਔਰ ਮੰਤਰਾਂ ਸੂਤਰਾਂ ਦੇ ਵਿੱਚ ਉਹਨੂੰ ਸ਼ਬਦ ਨਹੀਂ ਕਹਿੰਦੇ। ਕਿੰਨੇ ਮੰਤਰ ਕਿਹੜੇ ਰਿਸ਼ੀ ਦੇ ਨੇ, ਕਿਸ ਨੇ ਉਚਾਰੇ ਨੇ, ਇਸ ਤਰ੍ਹਾਂ ਕਰਕੇ। ਔਰ ਉਹ ਕਹਿੰਦੇ ਬਈ ਹਿਰਦੇ ਦੇ ਅੰਦਰ ਉਹ ਵਸ ਗਿਆ ਬੋਲ, ਉਹ ਸ਼ਬਦ ਸਰੂਪ, ਸ਼ਬਦ ਨੇ ਪ੍ਰਕਾਸ਼ ਕਰ ਦਿੱਤਾ ਹੈ, ਪਰਮਾਤਮਾ ਪ੍ਰਗਟ ਕਰ ਦਿੱਤਾ ਹੈ। ਹੁਣ ਉਹਦਾ ਪ੍ਰਕਾਸ਼ ਚਿਹਰੇ ਤੇ, ਸਰੀਰ ਤੇ ਇੱਕ ਸੁੰਦਰਤਾ ਬਖੇਰਦਾ ਹੈ, ਇੱਕ ਆਨੰਦ ਬਖੇਰਦਾ ਹੈ। ਜਿਵੇਂ ਕੋਈ ਧਨੀ ਆਦਮੀ ਹੋਵੇ ਨਾ, ਤੇ ਉਹਦੇ ਕੋਲ ਧਨ ਬਹੁਤ ਹੋਵੇ, ਤੇ ਉਹਦੀਆਂ ਗੱਲਾਂ ਤੋਂ ਪਤਾ ਲੱਗੇਗਾ ਬਈ ਇਹਦੇ ਕੋਲ ਧਨ ਹੈ, ਉਹਦੇ ਚਿਹਰੇ ਤੋਂ ਪਤਾ ਲੱਗੇਗਾ ਚਮਕ ਦਮਕ ਤੋਂ ਬਈ ਇਹਦੇ ਕੋਲ ਧਨ ਹੈ। ਤੇ ਜਿਹਦੇ ਕੋਲ ਨਾਮ ਧਨ ਹੋਵੇ ਨਾ, ਉਹ ਦੱਸੇ ਭਾਵੇਂ ਨਾ ਹੀ, ਉਹਦੇ ਚਿਹਰੇ ਤੋਂ, ਉਹਦੇ ਬੋਲਾਂ ਤੋਂ ਪਤਾ ਲੱਗਦਾ ਇਹਦੇ ਕੋਲ ਬਖਸ਼ਿਸ਼ ਹੈ, ਇਹਦੇ ਕੋਲ ਰਹਿਮਤ ਹੈ, ਇਹ ਤੇ ਗੁਰੂ ਦੀ ਨਦਰ ਹੈ। ਭਾਈ ਸਾਹਿਬ ਵੀ ਕਹਿੰਦੇ ਨੇ ਬਈ ਉਹਦੀ ਚਮਕ ਦਮਕ ਐਸੀ ਮਿਠਾਸ ਜਈ ਅਦਭੁਤ, ਔਰ ਖੜਾਵਟ, ਖੁਸ਼ੀ ਦਾ ਖੇੜਾ ਉਹਦੇ ਚਿਹਰੇ ਤੇ ਉਭਰ ਕੇ ਆਉਂਦਾ ਹੈ। ਭਾਈ ਸਾਹਿਬ ਕਹਿੰਦੇ ਮਾਦਰ ਬਚਨ ਕੇ ਥਕਤ ਕੂਟ ਗਿਆਨ ਹੈ।
ਕਹਿੰਦੇ ਉਸ ਦੇ ਬਚਨ ਮਧੁਰ ਮਿੱਠੇ ਹੋ ਜਾਂਦੇ ਨੇ, ਕਿਉਂਕਿ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ। ਉਹ ਜਿਹਦੇ ਹਿਰਦੇ ਦੇ ਅੰਦਰ ਉਹ ਸੱਜਣ ਸੁਆਮੀ ਆ ਕੇ ਵਾਸਾ ਕਰਦਾ ਹੈ, ਉਹ ਆਪਣੇ ਬੋਲ ਜਿਹਨੂੰ ਦਿੰਦਾ ਹੈ, ਆਪਣਾ ਧਿਆਨ ਜਿਹਨੂੰ ਦਿੰਦਾ ਹੈ, ਆਪਣਾ ਗਿਆਨ ਜਿਹਨੂੰ ਦਿੰਦਾ ਹੈ, ਰੱਬ ਦੇ ਬੋਲ ਜਦੋਂ ਆਪਣੇ ਬੋਲ ਦਿੰਦਾ ਹੈ ਉਹ ਮਿੱਠੇ ਨੇ। ਉਹ ਬਚਨ ਜਿਹੜੇ ਨੇ ਉਹਨਾਂ ਨੂੰ ਸੁਣਦਿਆਂ ਹੋਇਆਂ ਜਿੰਨੇ ਗਿਆਨ ਧਿਆਨ ਬਾਹਰ ਦੀਆਂ ਚੀਜ਼ਾਂ ਸੀ ਨਾ ਸਭ ਥਕਤ ਹੰਬ ਗਏ, ਹਾਰ ਗਏ। ਹੁਣ ਉਹ ਸਿਰ ਨਹੀਂ ਚੱਕਦੇ, ਪ੍ਰਭੂ ਦੀ ਸ਼ਕਤੀ ਪ੍ਰਗਟ ਹੋ ਗਈ, ਉਹ ਗਿਆਨ ਅੰਦਰ ਪ੍ਰਗਟ ਹੋ ਗਿਆ ਪ੍ਰਭੂ ਦਾ, ਬਾਕੀ ਸਭ ਥਕਤ ਹੰਬ ਗਏ, ਹਾਰ ਗਏ। ਔਰ ਜਿਵੇਂ ਥੱਕ ਕੇ ਟਿਕ ਜਾਂਦਾ, ਬੈਠ ਜਾਂਦਾ, ਸਾਰੀਆਂ ਕਾਮਨਾਵਾਂ ਸਾਰੇ ਫੁਰਨੇ ਟਿਕਾਊ ਵਿੱਚ ਆ ਗਏ ਨੇ। ਹੁਣ ਖੰਡਾਊ ਵਿੱਚ ਕੋਈ ਨਹੀਂ ਜਾਂਦਾ। ਏਕ ਉਪਕਾਰ ਕੇ ਬਿਥਾਰ ਕੋ ਨਾ ਪਾਰਾਵਾਰ। परिपूर्ण परमात्मा एको परिपूर्ण परमात्मा उपकार सारिਆਂ ਤੇ ਬਖਸ਼ਿਸ਼ਾਂ ਕਰਦਾ ਹੈ। ਕੋਈ ਆਰਾਧੇ ਕੋਈ ਜਪੇ ਤੇ ਉਹਦਾ ਵਿਥਾਰ ਕੋ ਵਿਸਥਾਰ ਫੈਲਾਵ ਅੱਗੇ ਨੂੰ ਕਰਨਾ, ਆਪ ਜਪਣਾ ਦੂਜੇ ਨੂੰ ਜਪਾਣਾ, ਭਲਾ ਕਰਨਾ ਭਲਾ ਕਰਵਾਉਣਾ, ਆਪ ਗੁਰੂ ਵੱਲ ਨੂੰ ਗੁਰਮਤਿ ਵੱਲ ਨੂੰ ਗਿਆਨ ਵੱਲ ਨੂੰ ਭਲੇ ਮਾਰਗ ਵੱਲ ਨੂੰ ਤੁਰਨਾ, ਦੂਜਿਆਂ ਨੂੰ ਚਲਾਉਣਾ, ਉਹਦਾ ਵਿਸਥਾਰ ਕਰਨਾ, ਨਾ ਪਾਰਾਵਾਰ ਉਹਦਾ ਕੋਈ ਆਦਿ ਅੰਤ ਨਹੀਂ ਕਿ ਬਸ ਇੱਥੋਂ ਕੁ ਤੱਕ ਹੀ ਹੈ, ਇੰਨਾ ਕੀ ਨਹੀਂ। ਅੱਗੇ ਜਿਵੇਂ ਤੁਰੇ ਚੱਲੋਗੇ, ਜਿਵੇਂ ਜਪਦੇ ਚੱਲੋਗੇ, ਪਤਾ ਲੱਗੇਗਾ ਨਹੀਂ ਇਹ ਮੰਜ਼ਲ ਨਹੀਂ, ਅੱਗੇ ਹੋ ਰਹੇ ਅੱਗੇ ਹੋ ਰਹੇ ਅੱਗੇ ਹੋ ਰਹੇ। ਔਰ ਅੱਗੇ ਨੂੰ ਤੁਰਿਆ ਜਾਂਦਾ ਹੈ ਪਰਮਾਤਮਾ ਵੱਲ ਨੂੰ, ਉਹ ਅੱਗੇ ਨੂੰ ਵੱਧਦਾ ਜਾਂਦਾ ਹੈ। ਅਧਿਆਤਮਕਤਾ ਦਾ ਕੋਈ ਅੰਤ ਨਹੀਂ ਹੈ, ਨਾ ਬਾਹਰ ਦੀ ਵਿਦਿਆ ਦਾ ਅੰਤ ਹੈ। ਜਿਹੜਾ ਇਹ ਕਹਿ ਲੈਂਦਾ ਬਈ ਬਸ ਮੈਂ ਸਭ ਕੁਝ ਪੜ੍ਹ ਲਿਆ, ਨਹੀਂ ਗੁਰਮੁਖੋ ਉਹਦੇ ਅੰਦਰ ਹਉਮੈ ਘਰ ਕਰ ਗਈ ਏ, ਹਉਮੈ ਆ ਗਈ। ਸਿਆਣਾ ਵਿਦਵਾਨ ਸਿਆਣਾ ਔਰ ਵਿਦਿਆਰਥੀ ਕਦੇ ਨਹੀਂ ਕਹਿੰਦਾ ਸਭ ਕੁਝ ਪੜ੍ਹ ਲਿਆ, ਕਹਿੰਦੇ ਨਹੀਂ ਬਹੁਤ ਕੁਝ ਹੈ, ਅਜੇ ਬਹੁਤ ਕੁਝ ਬਾਕੀ ਹੈ। ਇਹ ਨਹੀਂ ਕਹਿੰਦਾ ਮੈਂ ਬਹੁਤ ਮੂਹਰੇ ਹਾਂ, ਕਹਿੰਦਾ ਨਹੀਂ ਮੇਰੇ ਤੋਂ ਮੂਹਰੇ ਬਹੁਤ ਨੇ ਬਹੁਤ ਨੇ। ਮੈਂ ਤਾਂ ਇੱਕ ਲਾਈਨ ਵਿੱਚ ਹਾਂ, ਮੇਰੇ ਤੋਂ ਪਹਿਲਾਂ ਚੱਲਣ ਵਾਲੇ, ਪਹਿਲਾਂ ਪੜ੍ਹਨ ਵਾਲੇ, ਪਹਿਲਾਂ ਤੁਰਨ ਵਾਲੇ ਕੁਝ ਉਹ ਨੇ ਜਿਹੜੇ ਮੰਜ਼ਿਲ 'ਤੇ ਪਹੁੰਚੇ ਹੋਏ ਨੇ। ਮੈਂ ਤਾਂ ਉਹਨਾਂ ਨੂੰ ਮਾਰਗਦਰਸ਼ੀ ਬਣਾ ਕੇ ਉਹਨਾਂ ਦੇ ਉਲੀਕੇ ਕਦਮਾਂ 'ਤੇ ਚੱਲ ਕੇ ਮਾਰਗ 'ਤੇ ਤੁਰਿਆ ਜਾ ਰਿਹਾ ਹੈ, ਕਿਤੇ ਮੰਜ਼ਿਲ ਮਿਲ ਜਾਵੇਗੀ, ਪਹੁੰਚ ਜਾਵਾਂਗਾ। ਕਹਿੰਦੇ ਉਹ ਪਰਉਪਕਾਰ ਕਰਦੇ ਆ, ਕੋਟ ਉਪਕਾਰ ਸਿਮਰਨ ਉਨਮਾਨ ਹੈ। ਕਹਿੰਦੇ ਕਰੋੜਾਂ ਉਪਕਾਰ ਕੀਤੇ ਤੇ ਇੱਕ ਸਿਮਰਨ ਵਾਲਾ ਹੋਵੇ, ਆਪ ਸਿਮਰਨ ਕਰਦਾ ਹੈ ਤੇ ਦੂਜਿਆਂ ਨੂੰ ਸਿਮਰਨ ਕਰਾਉਂਦਾ ਹੈ, ਜਪਾਉਂਦਾ ਹੈ, ਜੋੜਦਾ ਹੈ, ਕਰਨ ਲਾ ਦਿੱਤੇ ਨੇ। ਕਹਿੰਦੇ ਉਹ ਕਰੋੜਾਂ ਪਰਉਪਕਾਰ ਨੇ, ਕਰੋੜਾਂ। ਔਰ ਜੇ ਇਸ ਪਾਸੇ ਨੂੰ ਤੋੜ ਦਿੱਤਾ, ਕਿਸੇ ਨੂੰ ਜੋੜ ਦਿੱਤਾ, ਸਿਮਰਨ ਨਾਲ ਚੱਲ ਪਿਆ ਹੈ, ਕਹਿੰਦੇ ਉਹਦੀ ਸੁਰਤ ਜਿਹੜੀ ਹੈ ਨਾ ਉਨਮਨੀ ਅਵਸਥਾ ਦੇ ਵਿੱਚ ਚਲੀ ਜਾਂਦੀ ਹੈ, ਪਰਮਾਤਮਾ ਨਾਲ ਜੁੜ ਜਾਂਦੀ ਹੈ, ਪਰਮਾਤਮਾ ਉਹਦੇ 'ਤੇ ਕਿਰਪਾ ਕਰਦਾ ਹੈ। ਮਹਾਂਪੁਰਸ਼ ਕਿਹਾ ਕਰਦੇ ਸਨ, ਸ੍ਰੀ ਮਾਨ ਸੰਤ ਗਿਆਨੀ ਨਿਰੰਜਨ ਸਿੰਘ ਜੀ ਵੈਦ ਭਿੰਡਰਾਂ ਵਾਲੇ ਮਹਾਂਪੁਰਸ਼ ਪੜ੍ਹਾਉਂਦਿਆਂ ਹੋਇਆਂ ਕਹਿੰਦੇ ਜੇ ਤੁਸੀਂ ਕਿਸੇ ਨੂੰ ਸਾਧ ਸੰਗਤ ਵਿੱਚ ਲਿਆਓ ਨਾ ਤੇ ਗੁਰੂ ਦੀ ਤੁਹਾਡੇ 'ਤੇ ਬੜੀ ਖੁਸ਼ੀ ਹੁੰਦੀ। ਕਿਸੇ ਦਾ ਕਹਿੰਦੇ ਪੁੱਤਰ ਟੁੱਟ ਕੇ ਲੜ ਕੇ ਝਗੜ ਕੇ ਬੇਸਮਝੀ ਕਾਰਨ ਗੁਸਤਾਖੀ ਕਰਕੇ ਘਰੋਂ ਚਲਾ ਗਿਆ ਹੋਵੇ ਤੇ ਕੋਈ ਸਮਝਾ ਬੁਝਾ ਕੇ ਉਸ ਪੁੱਤਰ ਨੂੰ ਉਸ ਧੀ ਨੂੰ ਘਰੇ ਵਾਪਸ ਲੈ ਆਵੇ ਤੇ ਮਾਂ ਬਾਪ ਉਹਦਾ ਕਦੇ ਪਰਉਪਕਾਰ ਨਹੀਂ ਨਾ ਭੁੱਲਦੇ। ਬਈ ਸਾਡਾ ਕੋਈ ਰਿਸ਼ਤੇਦਾਰ ਟੁੱਟ ਗਿਆ ਸੀ ਯਾਰ, ਫਲਾਣੇ ਨੇ ਜੋੜ ਦਿੱਤਾ, ਸਾਨੂੰ ਜੁੜਦੇ ਜੁੜਦੇ ਜੁੜ ਗਏ। ਤੇ ਗੁਰੂ ਵੀ ਕਦੇ ਭੁੱਲਦਾ ਨਹੀਂ ਉਸ ਸਿੱਖ ਨੂੰ, ਬਈ ਇਹ ਮੇਰਾ ਪੁੱਤਰ, ਇਹ ਮੇਰੀ ਧੀ ਮੇਰੇ ਤੋਂ ਦੂਰੀ ਬਣਾ ਗਏ ਸਨ, ਫਲਾਣੇ ਨੇ ਲਿਆ ਕੇ ਜੋੜ ਦਿੱਤੇ ਨੇ, ਇਸ ਮਾਰਗ ਤੇ ਤੋਰ ਦਿੱਤੇ, ਸਤ ਸੰਗਤ ਚ ਲੈ ਆਂਦਾ, ਸਿਮਰਨ ਚ ਲੈ ਆਂਦਾ, ਗਿਆਨ ਚ ਲੈ ਆਂਦਾ ਔਰ ਗੁਰੂ ਕੋਲ ਲੈ ਆਂਦਾ। ਗੁਰੂ ਦੀ ਬੜੀ ਪ੍ਰਸੰਨਤਾ ਹੁੰਦੀ ਜੇ। ਤੇ ਉਹ ਕਹਿੰਦੇ ਸਨ ਇਸ ਕਰਕੇ ਹਰ ਸਿੱਖ ਨੂੰ ਜਿਹੜਾ ਸਤ ਸੰਗਤ ਚ ਆਉਂਦਾ ਹੈ ਨਾ, ਉਹ ਕਮ ਸੇ ਕਮ 5 ਆਪਣੇ ਜੀਵਨ ਚ ਧਿਆਨ ਰੱਖੇ, ਸਤ ਸੰਗੀ ਬਣਾਉਣੇ ਉਹਨੇ 5। ਤੇ ਜਿਹੜਾ ਅੱਗੇ ਬਾਣੀ ਪੜ੍ਹਨ ਲੱਗ ਪਿਆ ਉਹਨੇ 5 ਬਾਣੀ ਪੜ੍ਹਨ ਲਾਉਣੇ, ਤੇ ਜਿਹੜਾ ਬਾਣੀ ਪੜ੍ਹਦਾ ਉਹਨੇ 5 ਨੂੰ ਬਾਣੀ ਪੜ੍ਹਾਉਣੀ ਹੈ, ਤੇ ਜਿਹੜਾ ਆਪ ਜਪਦਾ ਉਹਨੇ 5 ਨੂੰ ਲਾਉਣਾ। ਉਹ ਕਹਿੰਦੇ ਅੱਗੇ ਨਾਲ ਉਹਨੂੰ ਦੱਸੀ ਜਾਓ ਬਈ ਤੂੰ ਵੀ 5 ਨੂੰ ਕਰਨਾ, 5 ਦੇ ਨਾਲ ਪਤਾ ਨਹੀਂ ਇੱਕ ਦਿਨ ਸਾਰਾ ਰਾਸ਼ਟਰ ਹੀ
ਭਲੇ ਪਾਸੇ ਨੂੰ ਤੁਰ ਪਵੇਗਾ। ਕਹਿਣ ਲੱਗੇ ਸਭ ਤੋਂ ਵੱਡਾ ਪਰਉਪਕਾਰ ਹੈ ਉਨਮਨੀ ਅਵਸਥਾ ਦੇ ਵਿੱਚ ਜਾਣਾ, ਉਨਮਾਨ ਵਾਲੇ ਬਣ ਜਾਣਾ, ਤੁਛ ਆਪਣੇ ਆਪ ਨੂੰ ਜਾਣਨਾ ਤੇ ਪਰਮਾਤਮਾ ਦੇ ਵਿੱਚ ਮਿਲ ਜਾਣਾ। ਫਿਰ ਕੀ ਹੁੰਦਾ ਹੈ ਜਦੋਂ ਉਹ ਅਵਸਥਾ ਆਉਂਦੀ ਏ, ਫਿਰ ਭਾਈ ਸਾਹਿਬ ਕਹਿੰਦੇ ਦਇਆ ਨਿੱਧ, ਕਿਰਪਾ ਨਿੱਧ, ਔਰ ਦਇਆ ਦਾ ਖਜ਼ਾਨਾ ਤੇ ਔਰ ਕਿਰਪਾ ਦਾ ਖਜ਼ਾਨਾ, ਰਹਿਮਤ ਦਾ ਖਜ਼ਾਨਾ, ਸੁਖ ਨਿੱਧ, ਦਇਆ ਦਾ ਖਜ਼ਾਨਾ ਤੇ ਔਰ ਕਿਰਪਾ ਦਾ, ਰਹਿਮਤ ਦਾ ਖਜ਼ਾਨਾ ਤੇ ਸੁੱਖਾਂ ਦੀ ਨਿਧੀ ਸਮੂਹ ਸੁਖ, ਸ਼ੋਭਾ ਨਿੱਧ, ਔਰ ਜਿੰਨੀ ਸ਼ੋਭਾ, ਉਹ ਇਹਨਾਂ ਚੀਜ਼ਾਂ ਖਜ਼ਾਨਿਆਂ ਦਾ ਉਹ ਮਾਲਕ ਬਣਦਾ ਹੈ ਸਿਮਰਨ ਵਾਲਾ। ਦਇਆ ਔਰ ਰਹਿਮਤ, ਸੁਖ, ਸ਼ੋਭਾ ਤੇ ਮਹਿਮਾ ਨਿਧਾਨ, ਮਹਿਮਾ ਦੇ ਇੰਨੀ ਕੁ ਉਪਮਾ, ਇੰਨੀ ਕੁ ਵਡਿਆਈ, ਉਹ ਖਜ਼ਾਨਿਆਂ ਦਾ ਮਾਲਕ ਏ। ਗਮਤਾ ਨਾ ਕਾਹੂ ਆਨ ਹੈ, ਇਹ ਤਾਂ ਇੱਕ ਐਗਜ਼ਾਮਪਲ ਹੀ ਦਿੱਤਾ ਹੈ, ਉੱਥੋਂ ਤੱਕ ਮਨ ਦੀ ਪਹੁੰਚ ਨਹੀਂ। ਉਹ ਦਾਤਾ ਕਿੰਨੀਆਂ ਕੁ ਦਾਤਾਂ ਬਖਸ਼ਦਾ ਹੈ। ਇਹਨਾਂ ਨੂੰ ਪਾ ਕੇ ਇਹਨਾਂ ਸਮਝੇ ਰੱਬ ਦਾ ਅੰਤ ਪਾ ਲਿਆ। ਕਹਿੰਦੇ ਉਹ ਦਾਤਾ ਜਿਹੜਾ ਹੈ ਨਾ, ਉਹ ਕਿਰਪਾ ਦੇ ਘਰ ਵਿੱਚ ਆਉਂਦਾ ਹੈ ਔਰ ਉਹਦੇ ਬਰਾਬਰ ਨਹੀਂ ਜਾਇਆ ਜਾ ਸਕਦਾ। ਭਾਈ ਸਾਹਿਬ ਕਹਿੰਦੇ ਕੋਟਨ ਕੋਟਾਨ ਆਦ ਬਾਦ ਪਰਮਾਦ ਵਿਖੇ, ਕਰੋੜਾਂ ਦੇ ਵਿੱਚੋਂ ਔਰ ਕਹਿੰਦੇ ਆਦ ਪਰਿਪੂਰਨ ਪਰਮਾਤਮਾ ਤੇ ਬਾਦ ਉਹਦੇ ਨਾਲ ਉਹਦੀ ਵਿਚਾਰਧਾਰਾ। ਬਾਦ ਦਾ ਅਰਥ ਵਿਅਰਥ ਵੀ ਹੁੰਦਾ, ਵਿਅਰਥ ਨਾ ਫਿਰਨਾ, ਪਰਮਾਤਮਾ ਵੱਲ ਨੂੰ ਚੱਲਣਾ। ਪਰਮਾਦ ਵਿਖੇ ਪਰਿਪੂਰਨ ਪਰਮਾਤਮਾ ਜਿਹੜਾ ਅਦਭੁਤੇ, ਉਹਦੇ ਵਿਖੇ ਵਿਚਾਰ ਦੇ ਨਾਲ ਜੁੜਨਾ। ਕੋਟਨ ਕੋਟਾਨ ਅੰਤ ਬਿਸਮ ਆਨੰਤ ਮੈਂ, ਕਹਿੰਦੇ ਕਰੋੜਾਂ ਦੇ ਵਿੱਚੋਂ ਔਰ ਜੁੜ ਕੇ ਤੁਰ ਕੇ ਆਪਣੇ ਫੁਰਨਿਆਂ ਦਾ, ਕਾਮਨਾਵਾਂ ਦਾ ਅੰਤ ਕਰਕੇ ਬਿਸਮ ਹੈਰਾਨੀ ਜਨਕ ਔਰ ਆਨੰਤ ਮੈਂ, ਜਿਹੜਾ ਅਨੰਤ ਗੁਣਾਂ ਦਾ ਮਾਲਕ ਪਰਿਪੂਰਨ ਪਰਮਾਤਮਾ, ਜਿਹਦੇ ਖਜ਼ਾਨਿਆਂ ਨੂੰ ਦੇਖ ਕੇ ਔਰ ਅਦਭੁਤ ਹੋ ਜਾਈਦਾ। ਕਹਿੰਦੇ ਉਹਦੇ ਵਿੱਚ ਸਮਾਉਣਾ, ਉਹਦੇ ਵਿੱਚ ਆਪਣੇ ਆਪ ਨੂੰ ਮਿਲਾਉਣਾ। ਫਿਰ ਕੋਟ ਪਾਰਾਵਾਰ, ਪਾਰਾਵਾਰ ਨਾ ਅਪਾਰ ਪਾਵੇ। ਕਰੋੜਾਂ ਪਾਰਾਵਾਰ ਪਾਉਣ ਵਾਲੇ ਜੀਵ ਕਹਿੰਦੇ ਉਸ ਪਰਮਾਤਮਾ ਦਾ ਮਿਲ ਕੇ ਕੋਈ ਪਾਰ ਅਪਾਰ ਵਾਹਿਗੁਰੂ ਜਿਹੜਾ ਹੈ ਨਾ, ਉਹਦਾ ਕੋਈ ਪਾਰਾਵਾਰ ਇਸ ਸੰਸਾਰ ਤੋਂ ਨਿਰੰਕਾਰ ਤੱਕ ਪਹੁੰਚ ਕੇ ਕੋਈ ਇਹ ਨਹੀਂ ਕਹਿ ਸਕਦਾ ਬਈ ਮੈਂ ਦੋਨੇ ਕਿਨਾਰੇ ਦੇਖ ਲਏ ਨੇ, ਬਸ ਇੰਨਾ ਕੀ ਕੁਝ ਏ। ਕਹਿੰਦੇ ਨਹੀਂ, ਤੈਨੂੰ ਮੰਜ਼ਲ ਤੇ ਪਹੁੰਚਾਇਆ ਗਿਆ ਹੈ, ਤੈਨੂੰ ਡੁੱਬਦੇ ਨੂੰ ਬਚਾਇਆ ਗਿਆ ਹੈ। ਇਹਦਾ ਮਤਲਬ ਇਹ ਨਹੀਂ ਕਿ ਇਹਦੋਂ ਅੱਗੇ ਸਮੁੰਦਰ ਮੁੱਕ ਗਿਆ ਹੈ, ਇਹਦੋਂ ਅੱਗੇ ਪਰਮਾਤਮਾ ਮੁੱਕ ਗਿਆ ਹੈ। ਕਹਿੰਦੇ ਉਹਦਾ ਅੰਤ ਨਹੀਂ। ਥਾਹ ਕੋਟ ਥਕਤ ਅਥਾਹ ਅਪਰਜੰਤ ਹੈ। ਔਰ ਕਹਿਣ ਲੱਗੇ ਉਹਦੀ ਥਾਹ, ਉਹਦਾ ਥੋ ਟਿਕਾਣਾ, ਅੰਤ ਕਰੋੜਾਂ, ਥਕਤ ਹਾਰ ਹੰਬ ਜਾਂਦੇ ਨੇ। ਉਹਦਾ ਥੋ ਟਿਕਾਣਾ ਲੱਭਦਿਆਂ ਹੋਇਆਂ ਕਿ ਪਰਮਾਤਮਾ ਦਾ ਅੰਤ ਦੱਸ ਸਕੀਏ, ਪਰ ਕਹਿੰਦੇ ਉਹ ਅਥਾਹ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਉਹ ਅੱਗੇ ਤੋਂ ਅੱਗੇ ਅਪਰਜੰਤ ਮੈਂ, ਉਹ ਪਰਿਪੂਰਨ ਪਰਮਾਤਮਾ ਜਿਹੜਾ ਹੈ ਪਰੇ ਤੋਂ ਪਰੇ, ਪਰੇ ਤੋਂ ਪਰੇ ਸਾਰਿਆਂ ਦੇ ਅੰਦਰ ਵਸਦਾ ਹੈ। ਕਿਹਨੂੰ ਕਿਹਨੂੰ ਮਾਪੇ ਤੋਲੇਗਾ, ਕਿਹੜੀ ਕਿਹੜੀ ਜਗ੍ਹਾ ਨੂੰ। ਔਰ ਭਾਈ ਸਾਹਿਬ ਕਹਿੰਦੇ ਅਵਗਤ ਗਤ ਅਤ ਅਗਮ ਆਗਾਧ ਬੁੱਧ, ਉਹ ਵਿਅਕਤ ਰੂਪ ਅੰਦਰ ਪਰਿਪੂਰਨ ਪਰਮਾਤਮਾ ਜਿਹੜਾ ਹੈ, ਉਸ ਦੀ ਜਿਹੜੀ ਗਤੀ ਵਿਧੀ ਆ, ਉਸ ਦੀ ਜਿਹੜੀ ਹਾਲਤ ਹੈ, ਔਰ ਕਹਿੰਦੇ ਬੜੀ ਅਦਭੁਤ ਹੈ ਤੇ ਅਤ ਬਹੁਤ ਅਤਿਅੰਤ। ਔਰ ਉਹ ਮਨ ਦੀ ਗਮਤਾ ਤੋਂ ਆਗਾਧ, ਬੜਾ ਡੂੰਘਾ ਹੈ, ਬੋਧ ਗਿਆਨ ਤੋਂ ਪਰੇ। ਔਰ ਇਸ ਗਿਆਨ ਨਾਲ, ਇਸ ਸੂਝ ਸਮਝ ਦੇ ਨਾਲ ਉਹਦੇ ਤੱਕ ਨਹੀਂ ਪਹੁੰਚਿਆ ਜਾਂਦਾ। ਕਹਿੰਦੇ ਗਮਤਾ ਨਾ ਗਿਆਨ ਧਿਆਨ ਸਿਮਰਨ ਮੰਤ ਹੈ। ਕਹਿੰਦੇ ਉਹਦੇ ਤੱਕ ਆਪਣੇ ਗਿਆਨ ਨਾਲ, ਆਪਣੇ ਧਿਆਨ ਨਾਲ ਨਹੀਂ ਪਹੁੰਚਿਆ ਜਾਂਦਾ। ਜੇ ਉਹਦੇ ਤੱਕ ਪਹੁੰਚਣਾ, ਉਹਨੂੰ ਪਾਉਣਾ ਤੇ ਸਿਮਰਨ ਮੰਤ ਮੈਂ, ਸਿਮਰਨ ਰੂਪੀ ਮੰਤਰ ਜਿਹੜਾ ਨਾ, ਉਹਦਾ ਜਪ ਕਰ ਤੇ ਉਹਦੇ ਨਾਲ ਪਰਮਾਤਮਾ ਤੇਰੇ ਅੰਦਰ ਪ੍ਰਗਟ ਹੋ ਜਾਵੇਗਾ ਔਰ ਤੈਨੂੰ
ਭਟਕਣ ਦੀ ਲੋੜ ਨਹੀਂ। ਆ ਲੱਖ ਆ ਭੇਵ ਆ ਪਰੰਪਰਾ ਦੇਵਾਦ ਦੇਵ, ਕਹਿੰਦੇ ਲਖਣੇ ਤੋਂ ਪਰੇ, ਭੇਦਾਂ ਤੋਂ ਪਰੇ ਔਰ ਪਾਰਾਵਾਰ ਤੋਂ ਪਰੇ ਪਰਿਪੂਰਨ ਪਰਮਾਤਮਾ ਅਪਰੰਪਰ ਹੈ। ਉਹ ਦੇਵਾਦ ਦੇਵ, ਜਿੰਨੇ ਦੇਵ ਦੇਵਤੇ ਉਹਨਾਂ ਦਾ ਵੀ ਵੱਡਾ ਔਰ ਉਹਨਾਂ ਨੂੰ ਵੀ ਪੈਦਾ ਕਰਨ ਵਾਲਾ ਦੇਵਾਦ ਦੇਵ। ਪ੍ਰਕਾਸ਼, ਜਿੰਨੇ ਪ੍ਰਕਾਸ਼ਿਤ ਹੋ ਰਹੇ ਨੇ, ਜਿੰਨੇ ਪ੍ਰਕਾਰ ਦੇ ਪ੍ਰਕਾਸ਼ ਨੇ, ਉਹਨਾਂ ਦਾ ਮਹਾਪ੍ਰਕਾਸ਼ परिपूर्ण परमात्मा है। ऐसे गुर देव सेव गुर सिख संत मैं। भाई गुरदास साहब कहते ऐसे गुरदेव जिहड़े अंधकार नूं कट के चानना बख्शण हारे ने, उन्हां दी सेव गुर सिख संत मैं। और गुरु के सिख और संत जन उन्हां दी सेवा करते ने और उन्हां दा सिमरन करते ने, उस मार्ग ते चलते ने, मार्ग ते चलदियां दूजियां नूं चलाउंदे ने, उहदे विच एक मेकता जिहड़ी है वो हासिल कर लैंदे ने, सतगुरु की रहमत के पात्र बन जाते ने। और ये भाई साहब ने साडे ते कृपा करदियां होइयां सानू बख्शिश कीती है कि भाई उस बेअंत प्रभु नाल जुड़िए, साडा आया होया सफला हो सके। बेअंत भुल्लां दी खिमा, गरीब नवाज दा तार दे, गुरमत दे बचन जान, हिरदियां अंदर वसावने, दास तो विचारां करदियां तुश बुद्धि अंदर, तुश बुद्धि दे नाल संखेप रूपी विख्यान करदियां बेअंत प्रकार दीयां भुल्लां चुकां हो जांदियां। आप सतगुरु की संगत और बख्शण योग अगे तो श्रेष्ठ मत बुद्ध की बख्शिश करिया जे, क्योंकि भाई साहब ने बड़ियां बड़ियां गोज विचारां लिखियां ने। इन्हां दा जिन्ना भी विस्तार कर लईए उन्ना ही थोड़ा है। विद्वान महापुरुष जिहड़े ने और वो बहुत बहुत विस्तार करते आ। जिन्नी कि सतगुरु ने मत बुद्ध बख्शी है, तुश बुद्धि नाल पढ़ पढ़ा के सानू कुछ ना कुछ तो इस समुंदर विचों कोई तो किनका मिले। इन्हां बचनां दे विचों जतन साडे हिरदियां च वसे, सानू भी ये मार्ग दिसे, साडा आया सफला। इन्नियां बेनतियां प्रवान अरदास अंदर शामिल होइए। वाहिगुरु जी का खालसा, वाहिगुरु जी की फतेह।